ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ, ਜਨ ਕਉ ਸਦਾ ਰਾਹੁ ਰੰਗ ਰਾਤਾ। ਹਉ ਬਲਿਹਾਰੈ ਜਾਉ, ਸਾਚੇ ਤੇਰੇ ਨਾਮ ਵਿਟਹੁ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੁ ਆਪਨਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ। ਰਾਚ ਰਹੇ ਬਨਤਾ ਬਿਨੋਦ, ਕੁਸਮ ਰੰਗ ਬਿਖ ਸੋਰ। ਨਾਨਕ ਤਿਹ ਸਰਣੀ ਪਰਾਉ, ਬਿਨਸ ਜਾਏ ਮੈਂ ਮੋਰ। ਰਾਚ ਰਹੇ ਬਨਤਾ ਬਿਨੋਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਹਜ਼ੂਰ ਦੀ ਬਖਸ਼ਿਸ਼ ਨਾਲ ਤੇ ਸੰਗਤ ਦੀ ਅਸੀਸ ਦੁਆਰਾ ਜੋ ਹਜ਼ੂਰ ਦੀ ਪਰਮ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ, ਜੋ ਸਤਿਗੁਰਾਂ ਦੀ ਕਿਰਪਾਲਤਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 251-52 ਤੇ ਪਹੁੰਚ ਗਈ ਹੈ। ਔਰ ਗੌੜੀ ਰਾਗ ਵਿੱਚ ਜੋ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਪਰਮ ਪਵਿੱਤਰ ਬਾਣੀ 52 ਅੱਖਰੀ ਹੈ। ਇਸ ਦੀਆਂ 8 ਪੌੜੀਆਂ ਦੀ ਵਿਚਾਰ ਹੋਈ ਹੈ। ਇਸ ਬਾਣੀ ਵਿੱਚ ਹਰ ਪੌੜੀ ਦੇ ਨਾਲ ਇੱਕ ਇੱਕ ਸ਼ਲੋਕ ਹੈ ਔਰ ਇੱਕ ਗੁਰਦੇਵ ਮਾਤਾ ਗੁਰਦੇਵ ਪਿਤਾ ਇਹ ਸ਼ਲੋਕ ਆਦਿ ਵਿੱਚ ਵੀ ਹੈ ਅਤੇ ਇਸ ਬਾਣੀ ਦੀ ਸੰਪੂਰਨਤਾ ਉੱਪਰ ਵੀ ਦੁਬਾਰਾ ਉਚਾਰਨ ਕੀਤਾ। ਇਉਂ 8 ਪੌੜੀਆਂ ਜੋ ਸ਼ਲੋਕਾਂ ਸਮੇਤ ਪਿੱਛੇ ਵਿਚਾਰ ਹੋ ਚੁੱਕੀ ਹੈ। ਉਸ ਤੋਂ ਅੱਗੇ 9ਵੀਂ ਪੌੜੀ ਦੇ ਪਹਿਲਾਂ ਜੋ ਸ਼ਲੋਕ ਹੈ ਉਹ ਉਚਾਰਨ ਕਰਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ, ਸੁਣੀਏ। ਹਜ਼ੂਰ ਕਹਿੰਦੇ ਨੇ ਸ਼ਲੋਕ। ਰਾਚ ਰਹੇ ਬਨਤਾ ਬਿਨੋਦ। ਅਸੀਂ ਸੰਸਾਰੀ ਜੀਵ, ਸਾਡੀ ਗੱਲ ਕਰ ਰਹੇ ਨੇ ਸਤਿਗੁਰੂ ਮਹਾਰਾਜ, ਭਈ ਸੰਸਾਰ ਦੇ ਤਮਾਮ ਜੀਵ ਬਨਤਾ ਇਸਤਰੀਆਂ ਦੇ ਜਿਹੜੇ ਬਿਨੋਦ ਕੌਤਕ ਹਨ, ਹਾਵ ਭਾਵ ਹਨ, ਰੰਗ ਤਮਾਸ਼ੇ ਹਨ, ਇਹਨਾਂ ਦੇ ਵਿੱਚ ਰਚ ਰਹੇ ਨੇ। ਇਸਤਰੀ ਮਾਂ ਰੂਪ ਵਿੱਚ ਹੈ, ਪਤਨੀ ਹੈ, ਭੈਣ ਹੈ, ਧੀ ਹੈ। ਔਰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਧਾਂਤ ਸਾਨੂੰ ਬਖਸ਼ਿਆ ਹੈ ਕਿ ਮਾਤਾ ਦਾ ਵੀ ਸਤਿਕਾਰ ਕੀਤਾ ਜਾਏ, ਭੈਣਾਂ ਨਾਲ ਵੀ ਪਿਆਰ ਪ੍ਰੇਮ ਕੀਤਾ ਜਾਏ, ਧੀਆਂ ਨਾਲ ਵੀ ਆਪਣੇ ਫਰਜ਼ ਨਿਭਾਏ ਜਾਣ। ਪਤਨੀ ਦਾ ਜੋ ਦਰਜਾ ਹੈ, ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ। ਇੱਥੇ ਸਤਿਗੁਰੂ ਜੀ ਆਪਣੀ ਧਰਮ ਪਤਨੀ ਨਾਲ ਪਿਆਰ ਮੁਹੱਬਤ ਕਰਨ ਤੋਂ ਨਹੀਂ ਵਰਜ ਰਹੇ ਜਾਂ ਨਿੰਦਾ ਨਹੀਂ ਕਰ ਰਹੇ। ਮਤਲਬ ਹੈ ਕਿ ਖਚਿਤ ਹੋ ਗਏ ਜੀਵ, ਪਰਮਾਤਮਾ ਨੂੰ ਭੁੱਲ ਗਏ ਅਤੇ ਆਪਣੀ ਧਰਮ ਪਤਨੀ ਦਾ ਤਿਆਗ ਕਰਕੇ ਹੋਰਨਾਂ ਵੇਸਵਾਦਕ ਬਗਾਨੀਆਂ ਔਰਤਾਂ ਦੇ ਹਾਵ ਭਾਵ, ਉਹਨਾਂ ਦੇ ਨਾਚ ਗਾਣਿਆਂ ਵਿੱਚ ਵੀ ਰਚ ਰਹੇ ਨੇ ਲੋਕ। ਜੀਵਨ ਦਾ ਮਨੋਰਥ ਹੀ ਇਹ ਸਮਝ ਲਿਆ ਹੈ। ਹਜ਼ੂਰ ਕਹਿੰਦੇ ਨੇ ਕਿ ਬਨਤਾ ਇਸਤਰੀਆਂ ਦੇ ਬਿਨੋਦ ਕੌਤਕਾਂ ਵਿੱਚ ਰਚ ਰਹੇ, ਤਦਾਕਾਰ ਹੋ ਰਹੇ ਨੇ। ਰਚਣਾ ਹੁੰਦਾ ਪ੍ਰੇਮ ਕਰਨਾ, ਇਸ ਪ੍ਰੇਮ ਵਿੱਚ ਹੀ ਤਦਾਕਾਰ ਹੋ ਰਹੇ ਨੇ।
ਪਰ ਕੁਸਮ ਰੰਗ ਬਿਖ ਸੂਰ, ਇਹ ਜਿਹੜੀ ਬਿਖ ਮਾਇਆ ਹੈ, ਇਸ ਦਾ ਜਿਹੜਾ ਸ਼ੋਰ ਸ਼ਰਾਬਾ ਹੈ, ਰੌਲਾ ਰੱਪਾ ਹੈ, ਬਿਖ ਮਾਇਆ ਦਾ ਜਿਹੜਾ ਸ਼ੋਰ ਹੈ ਸੰਸਾਰ ਦੇ ਅੰਦਰ, ਬੋਲ ਬਾਲਾ ਹੈ, ਔਰ ਇਸ ਦਾ ਹੀ ਰੌਲਾ ਰੱਪਾ ਹੈ। ਇਹ ਕੁਸਮ ਰੰਗ, ਕੁਸੁੰਬੇ ਦੇ ਫੁੱਲ ਦਾ ਜਿਹੜਾ ਰੰਗ ਹੁੰਦਾ ਉਹ ਚਮਕ ਦਮਕ ਬੜੀ, ਪਰ ਜਦੋਂ ਮੀਂਹ ਵਰਦਾ ਤੇ 4 ਕੁ ਬੂੰਦਾਂ ਪੈ ਜਾਣ ਤੇ ਰੰਗ ਉੱਡ ਕੇ ਹੋ ਜਾਂਦਾ। ਹਜ਼ੂਰ ਨੇ ਹੋਰ ਥਾਈਂ ਵੀ ਬਚਨ ਕੀਤੇ ਨੇ, ਇਹ ਮਾਇਆ ਰੰਗ ਕੁਸੁੰਬ ਖਿਨ ਮੈਂ ਲੈ ਜਾਵਣਾ। ਕੁਸੁਮ ਨਾਮ ਫੁੱਲ ਦਾ ਹੀ ਹੈ ਵੈਸੇ, ਪਰ ਇੱਥੇ ਫੁੱਲ ਕੁਸੁੰਬੇ ਦੇ ਫੁੱਲ ਦਾ ਰੰਗ ਜਿਹੜਾ ਉਹ ਕੱਚਾ ਹੁੰਦਾ। ਸੋ ਹਜ਼ੂਰ ਕਹਿੰਦੇ ਨੇ, ਨਾਨਕ ਤੇ ਸਰਨੀ ਪਰੋ। ਭਾਈ ਇਹ ਮਾਇਆ ਜੜ ਰੂਪ ਵਿੱਚ ਤੇ ਚੇਤਨ ਰੂਪ ਵਿੱਚ ਜਿਹੜੀ ਮਾਇਆ ਤੁਹਾਡੇ ਦੁਆਲੇ ਪਸਰੀ, ਇਹਦੇ ਵਿੱਚ ਤੁਸੀਂ ਮਨ ਕਰਕੇ ਖਚਤ ਹੋ ਰਹੇ ਹੋ। ਇਹ ਮਾਇਆ ਦਾ ਜਿਹੜਾ ਸ਼ੋਰ ਸ਼ਰਾਬਾ, ਰੌਲਾ ਰੱਪਾ, ਬੋਲ ਬਾਲਾ ਜੋ ਤੁਹਾਡੇ ਮਨਾਂ ਦੇ ਅੰਦਰ ਵਸਿਆ ਹੋਇਆ ਹੈ, ਇਹ ਕੁਸੁੰਬੇ ਦੇ ਫੁੱਲ ਵਰਗਾ ਹੈ, ਝਾਟੀ ਉੱਤਰ ਜਾਣ ਵਾਲਾ ਰੰਗ ਹੈ। ਨਾਨਕ ਤੇ ਸਰਨੀ ਪਰੋ। ਹਜ਼ੂਰ ਕਹਿੰਦੇ ਨੇ, ਭਾਈ ਮੈਂ ਤਾਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਹਾਂ। ਭਾਵ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਤਿਸ ਪਰਮਾਤਮਾ ਦੀ ਸ਼ਰਨ ਵਿੱਚ ਤੁਸੀਂ ਵੀ ਪਾਓ। ਉਸ ਵਾਹਿਗੁਰੂ ਦੀ ਸ਼ਰਨ ਪੈਣ ਨਾਲ ਬਿਨਸ ਜਾਏ ਮੈਂ ਮੋਰ। ਮੈਂ ਜਿਹੜੀ ਹੰਗਤਾ ਹੈ ਸਾਡੇ ਅੰਦਰ, ਹਉਮੈ, ਤਾਂ ਮੋਰ ਜਿਹੜੀ ਮੇਰ ਹੈ, ਮਤਾ ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ। ਸੋ ਇਸ ਪ੍ਰਕਾਰ ਮੇਰਾ ਤਨ ਯਾਰ ਧਨ ਮੇਰਾ, ਰਾਜ ਰੂਪ ਮੈਂ ਦੇਸ, ਇਹ ਸਾਰਾ ਕੁਝ ਆਪਣਾ ਬਣਾਇਆ ਹੋਇਆ ਨਾ, ਇਹ ਮੇਰ ਮਮਤਾ ਅੰਦਰੋਂ ਮਰ ਜਾਏਗੀ, ਬਿਨਸ ਜਾਏਗੀ, ਖਤਮ ਹੋ ਜਾਏਗੀ। ਵਾਹਿਗੁਰੂ ਦੀ ਸ਼ਰਨ ਪੈ ਜਾਓ। ਪੌੜੀ ਖੁਲਾਸਾ ਕਰਦੇ ਹਨ ਸਤਿਗੁਰੂ, ਰੇ ਮਨ ਬਿਨ ਹਰ ਜਹ ਰਚੋ। ਹਜ਼ੂਰ ਕਹਿੰਦੇ ਨੇ, ਮਨ ਨੂੰ ਸਮਝਾਓ। ਉੱਤਮ ਭਗਤ ਦੇ ਰੂਪ ਵਿੱਚ ਸਾਨੂੰ ਉਪਦੇਸ਼ ਦੇ ਰਹੇ ਨੇ, ਇੱਕ ਉੱਤਮ ਅਧਿਕਾਰੀ ਬਣੋ। ਆਪਣੇ ਮਨ ਨੂੰ ਕਹੋ ਕਿ ਹੇ ਮਨਾ, ਹਰੀ ਅਕਾਲ ਪੁਰਖ ਦੇ ਨਾਮ ਤੋਂ ਬਗੈਰ ਜਿੱਥੇ ਤੁਸੀਂ ਰਚ ਰਹੇ ਹੋ ਨਾ ਮਨ ਜੀ, ਹੇ ਮਨਾ, ਜਿੱਥੇ ਤੂੰ ਰਚ ਰਿਹਾ, ਜਿਸ ਵਸਤੂ ਨਾਲ ਤੂੰ ਪ੍ਰੇਮ ਕਰ ਰਿਹਾ, ਜਿੱਥੇ ਜਿੱਥੇ ਤੂੰ ਤਦਾਕਾਰ ਹੋ ਰਿਹਾ ਨਾ, ਤਹਿ ਤਹਿ ਬੰਧਨ ਪਾਹੇ, ਉੱਥੇ ਉੱਥੇ ਬੰਧਨ ਹੀ ਪੈਂਦੇ ਹਨ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਰਨਾਰ। ਸੋ ਇਸ ਪ੍ਰਕਾਰ ਬੰਧਨ ਕਰਮ ਕਰੈ ਹਉ ਫਾਸਾ। ਸੋ ਇਸ ਪ੍ਰਕਾਰ ਬੰਧਨ ਗ੍ਰਸਤ ਬੰਧਨ ਉਦਾਸਾ। ਐਸੇ ਬਚਨ ਹਜ਼ੂਰ ਨੇ ਕੀਤੇ ਨੇ। ਮਾਤਾ ਪਿਤਾ ਭੈਣ ਭਰਾ ਧਰਮ ਪਤਨੀ ਔਰ ਕਾਕੇ ਬੱਚੇ ਪੁੱਤਰ ਧੀਆਂ ਸਭ ਕੁਛ, ਜੰਮਣਾ ਮਰਨਾ ਬੰਧਨ ਹੈ, ਵਿਕਾਰਾਂ ਦੇ ਬੰਧਨ ਹਨ, ਜਮਾਂ ਦੇ ਬੰਧਨ ਹਨ। ਜਿੱਧਰ ਜਿੱਧਰ ਤੂੰ ਰਚ ਰਿਹਾ ਉੱਥੇ ਉੱਥੇ ਬੰਧਨ ਹੀ ਪੈਂਦੇ ਹਨ। ਜਿਹ ਬਿਦ ਕਤਹੂ ਨਾ ਛੂਟੀ ਐ, ਸਾਕਤ ਤੇਉ ਕਮਾਹੇ। ਸਾਕਤ ਪਰਮੇਸ਼ਰ ਤੋਂ ਬੇਮੁਖ ਬੰਦੇ, ਮਨਮੁਖ ਬੰਦੇ, ਸਾਕਤ ਸ਼ਕਤੀ ਮਾਇਆ ਦੇ ਉਪਾਸ਼ਕ ਲੋਕ ਉਹੀ ਕਰਮ ਕਮਾਉਂਦੇ ਨੇ। ਜਿਹ ਬਿਦ ਕਤਹੂ ਨਾ ਛੂਟੀ ਹੈ, ਜਿਸ ਵਿਧੀ ਨਾਲ ਕਦੋਂ ਕਿਤੇ ਜਾ ਕੇ ਕਿਸੇ ਸਮੇਂ ਵੀ ਛੁੱਟ ਨਾ ਸਕੀਏ, ਛੁਟਕਾਰਾ ਹੀ ਨਾ ਹੋ ਸਕੇ। ਸਾਕਤ ਮਨੁੱਖ, ਰੱਬ ਤੋਂ ਬੇਮੁਖ ਟੁੱਟੇ ਹੋਏ ਮਨੁੱਖ ਉਹੀ ਕਰਮ ਕਮਾਉਂਦੇ ਨੇ। ਹਉ ਹਉ ਕਰਤੇ ਕਰਮ ਰਤ। ਤੀਰਥ ਦਾਨ ਆਦਿਕ ਕਰਮਾਂ ਵਿੱਚ ਮਨ ਕਰਕੇ ਰੰਗੇ ਹੋਏ, ਇਹਨਾਂ ਕਰਮਾਂ 'ਚ ਤਦਾਕਾਰ ਹੋ ਰਹੇ ਤੇ ਨਾਲ ਉਹਨਾਂ ਕਰਮਾਂ ਦੀ ਹਉ ਵੀ ਕਰਦੇ ਨੇ। ਮੈਂ ਆਹ ਕਰਮ ਕਮਾਇਆ, ਮੈਂ ਇੰਨੇ ਸਾਲ ਤੀਰਥਾਂ 'ਤੇ ਗਿਆ, ਇੰਨੀ ਵਾਰੀ ਗੰਗਾ 'ਤੇ ਗਿਆ, ਇੰਨਾ ਦਾਨ ਪੁੰਨ ਕੀਤਾ ਹੈ। ਸੋ ਇਸ ਪ੍ਰਕਾਰ ਉਹ ਕਰਮਾਂ 'ਚ ਰੱਤੇ ਹੋਏ ਰੰਗੇ ਹੋਏ ਹਉ ਕਰਦੇ ਨੇ। ਜਿਵੇਂ ਹਜ਼ੂਰ ਨੇ ਕਿਹਾ, ਹਉ ਤੀਰਥ ਜਾਓ ਤਾਂ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਕਬੀਰ ਜੀ ਕਹਿੰਦੇ ਨੇ, ਪੰਡਤਾਂ ਦਾ ਹਾਲ ਚਾਲ ਪੁੱਛੀਏ ਤਾਂ ਵੀ ਮਾਇਆ 'ਚ ਰੰਗੇ ਹੋਏ ਨੇ, ਤੀਰਥਾਂ 'ਤੇ ਜਾਈਏ ਤੇ ਉੱਥੇ ਵੀ ਹਉ ਹੀ ਕਰੀ ਜਾਂਦੇ ਨੇ, ਮੈਂ ਇੰਨੇ ਸਾਲ ਹੋ ਗਏ ਤੀਰਥ 'ਤੇ ਆਉਂਦਿਆਂ ਭਾਈ। ਸੋ ਹਜ਼ੂਰ ਕਹਿੰਦੇ ਨੇ ਕਿ ਹਉ ਕਰਤੇ ਕਰਮ ਰਤ, ਜਿਹੜੇ ਕਰਮਾਂ 'ਚ ਰੰਗੇ ਹੋਏ ਨੇ, ਸਰੀਰਕ ਕਰਮਾਂ 'ਚ, ਤੀਰਥ ਦਾਨ ਆਦਿ ਕਰਮਾਂ 'ਚ, ਪਰ ਨਾਲ ਹੰਗਤਾ ਵੀ ਕਰਦੇ ਨੇ, ਮੈਂ ਵੀ ਕਰਦੇ ਪਏ। ਤਾਂ ਕੋ ਭਾਰ ਅਫਾਰ, ਉਹਨਾਂ ਦੇ ਸਿਰ 'ਤੇ ਜਿਹੜਾ ਭਾਰ ਆ ਨਾ ਕਰਮਾਂ ਕਰਕੇ ਪਿਆ ਹੋਇਆ, ਉਹ ਅਫਾਰ ਅਸਹਿ ਹੈ। ਤਾਂ ਕੋ ਭਾਰ ਅਫਾਰ, ਉਹਨਾਂ ਦਾ ਭਾਰ ਅਸਹਿ ਹੈ, ਉਹਨਾਂ ਤੋਂ ਝੱਲਿਆ ਨਹੀਂ ਜਾਂਦਾ, ਝੱਲਿਆ ਨਹੀਂ ਜਾ ਸਕੇਗਾ। ਇੰਨਾ ਸਿਰ 'ਤੇ ਭਾਰ ਹੈ ਕਿ ਅਸਹਿ ਭਾਰ ਹੈ, ਉਤਰਦਾ ਹੀ ਨਹੀਂ ਹੈ। ਪ੍ਰੀਤ ਨਹੀਂ ਜੋ ਨਾਮ ਸਿਉ। ਕਿਉਂ ਇੰਝ ਕਹਿ ਰਹੇ ਹੋ ਸਤਿਗੁਰੂ ਜੀ? ਜਿਹੜੇ ਕਰਮ ਕਰਦੇ ਨੇ ਜੀਵ, ਉਹਨਾਂ ਦੇ ਸਿਰ 'ਤੇ ਵੀ ਭਾਰ ਆ। ਹਜ਼ੂਰ ਕਹਿੰਦੇ ਬਿਲਕੁਲ, ਜੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਹੈ
ਤਉ ਏਉ ਕਰਮ ਵਿਕਾਰ। ਤਾਂ ਇਹ ਜਿਹੜੇ ਸਾਰੇ ਕਰਮ ਨੇ ਨਾ, ਜਿਨ੍ਹਾਂ ਕਰਮਾਂ ਕਰਕੇ ਹੰਗਤਾ ਕਰਦਾ ਮਨੁੱਖ, ਉਹ ਸਾਰੇ ਕਰਮ ਕਮਾਏ ਹੋਏ ਬੇਕਾਰ ਯਾਨੀ ਕਿ ਵਿਅਰਥ ਨੇ, ਉਹਨਾਂ ਦਾ ਕੋਈ ਫਲ ਨਹੀਂ ਹੈ। ਸੋ ਇਸ ਪ੍ਰਕਾਰ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜੋ ਕੁੰਚਰ ਇਸਨਾਨ। ਬਾਧੇ ਜਮ ਕੀ ਜੀਵਰੀ ਮੀਠੀ ਮਾਇਆ ਰੰਗ। ਜਿਹੜਾ ਮਾਇਆ ਦਾ ਰੰਗ ਹੈ ਇਹ ਬੜਾ ਸਵਾਦਲਾ ਲੱਗ ਰਿਹਾ ਹੈ, ਮਿੱਠੀ ਪਿਆਰੀ ਲੱਗਦੀ ਹੈ ਮਾਇਆ। ਅਤੇ ਇਸ ਮਿੱਠੀ ਲੱਗਣ ਵਾਲੀ ਪਿਆਰੀ ਲੱਗਣ ਵਾਲੀ ਮਾਇਆ ਦਾ ਰੰਗ ਜੋ ਚੜ੍ਹਿਆ ਹੋਇਆ ਮਨ ਨੂੰ, ਐਸੇ ਜਿਹੜੇ ਲੋਕ ਨੇ ਬਾਧੇ ਜਮ ਕੀ ਜੀਵਰੀ, ਉਹ ਜਮਾਂ ਦੀ ਜੀਵੜੀ ਮੈਨੇ ਰੱਸੀ, ਰੱਸੀ ਤੋਂ ਮਤਲਬ ਹੈ ਫਾਹੀ, ਜਮਾਂ ਦੀ ਫਾਹੀ ਵਿੱਚ ਬੱਝ ਗਏ। ਜਮਾਂ ਨੇ ਆਪਣੀ ਰੱਸੀ 'ਚ ਉਹਨਾਂ ਨੂੰ, ਜਮਾਂ ਨੇ ਆਪਣੀ ਫਾਹੀ ਵਿੱਚ ਉਹਨਾਂ ਨੂੰ ਬੰਨ੍ਹ ਲਿਆ ਹੈ। ਭਰਮ ਕੇ ਮੋਹੇ ਨ ਬੁੱਝੈ ਸੋ ਪ੍ਰਭ ਸਦਹੂ ਸੰਗ। ਭਰਮ ਭ੍ਰਾਂਤੀ ਭਟਕਣਾ, ਹੋਰ ਦਾ ਹੋਰ ਸਮਝਣਾ, ਇਸ ਭਰਮ ਦੇ ਵਿੱਚ ਮੋਹੇ ਹੋਏ ਨਹੀਂ ਬੁੱਝਦੇ ਹਨ ਵਾਹਿਗੁਰੂ ਪਰਮਾਤਮਾ ਨੂੰ। ਸੋ ਪ੍ਰਭ ਸਦਹੂ ਸੰਗ, ਕਿ ਉਹ ਵਾਹਿਗੁਰੂ ਪਰਮਾਤਮਾ ਦੇ ਸਦਾ ਹੀ ਸਾਡੇ ਸੰਗ ਸਾਥ ਹੈ। ਪਰਮਾਤਮਾ ਤੋਂ ਜਿਹੜੀ ਵਿਥਾ ਭਰਮ ਕਰਕੇ ਗਿਆਨ ਕਰਕੇ ਪਈ ਹੋਈ ਹੈ। ਸੋ ਇਸ ਪ੍ਰਕਾਰ ਭਰਮ 'ਚ ਮੋਹੇ ਹੋਏ ਨੇ ਜੀਵ। ਇਹ ਜਗਤ ਸਾਰਾ ਭਰਮ ਰੂਪ ਹੈ ਜਿਹਨੂੰ ਸੱਚਾ ਮੰਨਿਆ ਹੋਇਆ। ਲੇਖੈ ਗਣਤ ਨਾ ਛੂਟੀਐ ਕਾਚੀ ਭੀਤ ਨਾ ਸੁਧ। ਹਜ਼ੂਰ ਕਹਿੰਦੇ ਨੇ ਭਈ ਜੇ ਕਰਮਾਂ ਦੀ ਗਿਣਤੀ ਕੀਤੀ ਜਾਏ ਅਤੇ ਕਰਮਾਂ ਦੀ ਗਣਤ ਵਿੱਚ ਕਰਮਾਂ ਦੀ ਗਿਣਤੀ ਕਰਕੇ ਲੇਖੇ ਕਰਕੇ ਤੇ ਮਨੁੱਖ ਕਦੇ ਛੁੱਟ ਨਹੀਂ ਸਕਦਾ, ਕਿਉਂਕਿ ਮਿਸ਼ਰਤ ਕਰਮ ਕਮਾਏ ਹੋਏ ਨੇ। ਪੂਰਬਲੇ ਜਨਮਾਂ 'ਚ ਕੁਝ ਚੰਗੇ ਕੁਝ ਮੰਦੇ, ਕੁਝ ਹੁਣ ਇਸ ਜਨਮ ਵਿੱਚ ਚੰਗੇ ਅਤੇ ਮੰਦੇ। ਜੇ ਲੇਖਿਆਂ ਨਾਲ ਕਟੌਤੀ ਕਰੀਏ, ਹਿਸਾਬ ਕਿਤਾਬ ਕਰੀਏ, ਤਾਂ ਕਦੇ ਵੀ ਨਹੀਂ ਛੁੱਟਿਆ ਜਾ ਸਕਦਾ, ਕਿਉਂਕਿ ਕਰਮਾਂ ਨਾਲ ਨਹੀਂ ਛੁੱਟਿਆ ਜਾ ਸਕਦਾ। ਕਰਮਾਂ ਦਾ ਲੇਖਾ ਜੋਖਾ ਕਰਨ ਨਾਲ ਇੱਕ ਕਰਮ ਜੇ ਧੋ ਲਈਏ ਤਾਂ ਦੂਜਾ ਹੋਰ ਹਲਿਓ ਨਿਕਲ ਆਉਂਦਾ, ਤੀਜਾ ਹੋਰ ਨਿਕਲ ਆਉਂਦਾ। ਲੇਖਾ ਗਣਤ ਨਾ ਛੂਟੀਐ ਕਾਚੀ ਭੀਤ ਨਾ ਸੁਧ। ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਹੋਰਨਾਂ ਕਰਮਾਂ ਦੇ ਲੇਖੇ 'ਚ ਪੈ ਕੇ, ਗਿਣਤੀ 'ਚ ਪੈ ਕੇ ਨਹੀਂ ਛੁੱਟਿਆ ਜਾ ਸਕਦਾ, ਕਿਉਂਕਿ ਕੱਚੀ ਮਿੱਟੀ ਦੀ ਜੋ ਕੰਧ ਹੈ, ਗਾਰੇ ਦੀ ਕੰਧ ਹੈ, ਉਹਨੂੰ ਜਿੰਨਾ ਪਾਣੀ ਨਾਲ ਧੋਈਏ ਉਹ ਥੱਲੇ ਹੋਰ ਗਾਰਾ ਨਿਕਲਦਾ ਹੁੰਦਾ। ਉਹ ਤਾਂ ਸ਼ੁੱਧ ਨਹੀਂ ਹੋ ਸਕਦੀ, ਸਾਫ ਸੁਥਰੀ ਨਹੀਂ ਹੋ ਸਕਦੀ। ਜਿਵੇਂ ਇਸੇ ਤਰ੍ਹਾਂ ਅਸੀਂ ਸਾਰੇ ਸਾਡੇ ਕਰਮ ਨਹੀਂ ਧੁੱਪ ਸਕਦੇ ਕਿ ਅਸੀਂ ਸ਼ੁੱਧ ਹੋ ਜਾਈਏ, ਕਰਮਾਂ ਦਾ ਲੇਖਾ ਜੋਖਾ ਮੁੱਕ ਜਾਏ, ਇੰਝ ਨਹੀਂ ਹੋ ਸਕਦਾ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ। ਜਿਸੇ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ। ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਜਿਸ ਦੇ ਤਾਈਂ ਬੁਝਾ ਦੇਵੇ, ਸਮਝਾ ਦੇਵੇ, ਜਿਹਨੂੰ ਮਹਾਰਾਜ ਸੋਝੀ ਬਖਸ਼ ਦੇਣ, ਉਹ ਫਿਰ ਗੁਰਾਂ ਦੇ ਸਨਮੁਖ ਹੋ ਜਾਂਦਾ ਅਤੇ ਉਸ ਗੁਰਮੁਖ ਦੀ ਜੋ ਬੁੱਧ ਹੈ ਉਹ ਬੜੀ ਨਿਰਮਲ, ਉਜਲ ਅਤੇ ਪਵਿੱਤਰ ਹੋ ਜਾਂਦੀ ਹੈ। ਜਿਹਨੂੰ ਬੁਝਾ ਦੇਣ ਮਹਾਰਾਜ ਨਾਮ ਦਾ ਪ੍ਰਤਾਪ, ਉਹ ਫਿਰ ਨਾਮ ਨਾਲ ਜੁੜ ਜਾਂਦਾ ਅਤੇ ਉਹਦੀ ਬੁੱਧੀ ਨਿਰਮਲ, ਉਜਲ, ਪਵਿੱਤਰ ਹੋ ਜਾਂਦੀ। ਸਲੋਕ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ। ਇਸ ਪੰਕਤੀ ਦੇ ਅਰਥ ਇਸ ਢੰਗ ਨਾਲ ਵੀ ਕੀਤੇ ਨੇ ਫਰੀਦਕੋਟੀਏ ਟੀਕੇ 'ਚ। ਜਾਸ ਕੇ, ਜਿਸ ਦੇ ਤਾਈਂ ਹੋਵਾ ਸਾਧੂ ਸੰਗ, ਸਾਧੂ ਦਾ ਸੰਗ ਹੋ ਗਿਆ, ਸਾਧੂ ਸਤਿਗੁਰਾਂ ਦਾ ਸੰਗ ਹੋ ਗਿਆ ਅਤੇ ਉਸ ਦੇ ਬੰਧਨ ਟੁੱਟ ਗਏ। ਸੋ ਇਸ ਤਰ੍ਹਾਂ ਅਰਥ ਵੀ ਕੀਤਾ ਹੈ ਕਿ ਟੂਟੇ ਬੰਧਨ ਜਾਸ ਕੇ, ਜਿਸ ਦੇ ਬੰਧਨ ਟੁੱਟਣ 'ਤੇ ਆ ਜਾਣ, ਜਿਹਦੇ ਬੰਧਨ ਪਰਮਾਤਮਾ ਨੇ ਤੋੜਨੇ ਹੋਣ, ਹੋਵਾ ਸਾਧੂ ਸੰਗ। ਜਦੋਂ ਬੰਧਨ ਟੁੱਟਣ 'ਤੇ ਆ ਜਾਣ ਨਾ ਕਰਮਾਂ ਦੇ, ਉਦੋਂ ਸਾਧੂ ਸਤਿਗੁਰਾਂ ਦਾ ਸੰਗ ਪ੍ਰਾਪਤ ਹੋ ਜਾਂਦਾ। ਤੀਜੇ ਢੰਗ ਨਾਲ ਇੰਝ ਅਰਥ ਹੈ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ। ਜਿਸ ਦੇ ਬੰਧਨ ਟੁੱਟ ਗਏ ਹਨ, ਸਾਧੂ ਸਤਿਗੁਰਾਂ ਦੇ ਸੰਗ ਦਾ ਪ੍ਰਤਾਪ ਹੈ। ਸਾਧੂ ਸਤਿਗੁਰਾਂ ਦਾ ਸੰਗ ਹੋਇਆ ਅਤੇ ਜਿਸ ਦੇ ਸਤਿਗੁਰੂ ਦਾ ਸੰਗ ਸਾਥ ਕਰਨ ਕਰਕੇ ਜਾਂ ਸਾਧੂਆਂ ਦਾ ਸੰਗ ਕਰਨ ਕਰਕੇ ਜਿਸ ਦੇ ਬੰਧਨ ਟੁੱਟ ਗਏ, ਜੋ ਰਾਤੇ ਰੰਗ ਏਕ ਹੈ। ਅਤੇ ਫਿਰ ਜਿਹੜੇ ਵਿਅਕਤੀ ਉਂਝ ਸਾਧੂ ਸਤਿਗੁਰਾਂ ਦਾ, ਸਾਧੂ ਪੁੱਗੇ ਹੋਏ ਮਹਾਤਮਾ ਦਾ ਸੰਗ ਕਰਕੇ ਆਪਣੇ ਬੰਧਨ ਤੋੜ ਲੈਂਦੇ ਨੇ, ਅਤੇ ਜਿਹੜੇ ਪਰਮਾਤਮਾ ਦੇ ਇੱਕ ਰੰਗ ਪ੍ਰੇਮ ਵਿੱਚ ਫਿਰ ਰਤੇ ਗਏ, ਨਾਨਕ ਗੂੜਾ ਰੰਗ। ਸੋ ਉਹਨਾਂ ਦੇ ਮਨ ਦੇ ਤਾਂ ਹੀ ਜਿਹੜਾ ਰੰਗ ਚੜ੍ਹਿਆ ਨਾ ਵਾਹਿਗੁਰੂ ਦੇ ਨਾਮ ਦਾ, ਪ੍ਰੇਮ ਦਾ, ਉਹ ਗੂੜਾ ਰੰਗ ਹੈ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਮਜੀਠ ਦੀਆਂ ਜੜ੍ਹਾਂ ਦਾ ਰੰਗ ਪੱਕਾ ਹੁੰਦਾ, ਕਸੁੰਭੇ ਦਾ ਰੰਗ ਕੱਚਾ ਹੁੰਦਾ। ਮਾਇਆ ਦੇ ਰੰਗ ਨੂੰ ਕਸੁੰਭੇ ਦੇ ਫੁੱਲ ਦੇ ਰੰਗ ਨਾਲ ਤਸਬੀਹ ਦਿੱਤੀ ਹੈ, ਅਤੇ ਜੋ ਵਾਹਿਗੁਰੂ ਜੀ ਦੇ ਨਾਮ ਦਾ
ਪ੍ਰੇਮ ਦਾ ਰੰਗ ਹੈ ਉਹਨੂੰ ਮਜੀਠ ਨਾਲ ਤਸਬੀਹ ਦਿੱਤੀ ਹੈ। ਪੌੜੀ ਰਾਰਾ ਰੰਗੋ ਇਆ ਮਨ ਆਪਣਾ। ਹਜ਼ੂਰ ਫਰਮਾਉਂਦੇ ਨੇ ਰਾਰੇ ਅੱਖਰ ਰਾਹੀਂ, ਭਈ ਰਾਰਾ ਅੱਖਰ ਇਹ ਉਪਦੇਸ਼ ਦਿੰਦਾ ਕਿ ਇਹ ਜਿਹੜਾ ਆਪਣਾ ਮਨ ਹੈ ਇਸ ਨੂੰ ਰੰਗੋ। ਮਨ ਰੰਗੋ ਵਡਭਾਗੀ ਉਹ ਗੁਰ ਤੁੱਠਾ ਕਰੇ ਪਸਾਓ। ਮਨ ਨੂੰ ਰੰਗਣਾ ਪੈਣਾ, ਕਿਉਂਕਿ ਹੁਣ ਮਨ ਰੰਗਿਆ ਹੋਇਆ ਵਾਸ਼ਨਾਵਾਂ ਵਿੱਚ, ਲੋਭ ਲਾਲਚ ਵਿੱਚ, ਕਾਮ ਕ੍ਰੋਧ ਵਿੱਚ ਰੰਗਿਆ ਹੋਇਆ। ਇਹਨੂੰ ਪ੍ਰਮਾਤਮਾ ਦੇ ਰੰਗ ਦਾ ਨਾਮ ਦਾ ਰੰਗ ਚਾੜਨਾ ਪੈਣਾ। ਰਾਰਾ ਰੰਗੋ ਇਹ ਮਨ ਆਪਣਾ। ਕਿਵੇਂ ਰੰਗੀਏ ਜੀ? ਹਰ ਹਰ ਨਾਮ ਜਪੋ ਜਪ ਰਸਨਾ। ਸਰੀਰ ਤੋਂ ਤਰੱਦਦ ਆਰੰਭ ਕਰਨਾ ਪਏਗਾ, ਮਿਹਨਤ ਸਰੀਰ ਤੋਂ ਆਰੰਭ ਕਰਨੀ ਪਏਗੀ। ਪਹਿਲਾਂ ਮਨ ਨਹੀਂ ਫੜ ਕੇ ਰੰਗਿਆ ਜਾਣਾ। ਹਜ਼ੂਰ ਕਹਿੰਦੇ ਨੇ ਮਨ ਨੂੰ ਰੰਗਣ ਵਾਸਤੇ ਪਹਿਲਾਂ ਸਰੀਰ ਤੋਂ ਮਿਹਨਤ ਕਰਨੀ ਪਏਗੀ। ਰਸਨਾ ਨਾਮ ਜਪੋ ਤਬ ਮੱਥੀਐ ਨਿਬਦ ਅੰਮ੍ਰਿਤ ਪਾਓ। ਜਪੋ ਤਾਂ ਇੱਕ ਜਪਣ ਰਸਨਾ ਦਾ ਵਿਸ਼ਾ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਹਰ ਹਰ ਨਾਮ ਜਪੋ ਜਪ ਰਸਨਾ। ਭਾਈ ਰਸਨਾ ਜੀਭ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਦਾ ਜਿਹੜਾ ਜਪ ਹੈ ਇਹ ਜਪੋ, ਪਰਮਾਤਮਾ ਦੇ ਨਾਮ ਦਾ ਹੀ ਜਾਪ ਜਪੋ। ਆਪਣੀ ਰਸਨਾ ਜੀਭ ਤੋਂ ਆਰੰਭ ਕਰੋ। ਜਿਵੇਂ ਭੋਜਨ ਖਾਈ ਦਾ ਦੰਦਾਂ ਥੱਲੇ ਚਬਾ ਕੇ ਚਿੱਥ ਕੇ ਅੰਦਰ ਜਾਂਦਾ, ਫਿਰ ਅੰਦਰ ਪਾਣੀ ਜਾਂ ਰਸ ਦਾ ਬਣਦਾ, ਫਿਰ ਉੱਥੋਂ ਖੂਨ ਬਣਦਾ, ਸਾਰੀਆਂ ਧਮਣੀਆਂ ਵਿੱਚ ਘੁੰਮ ਜਾਂਦਾ, ਐਨਰਜੀ ਤਾਕਤ ਦਿੰਦਾ ਸਾਡੇ ਸਰੀਰ ਨੂੰ, ਅਤੇ ਅਸੀਂ ਜਿਉਂਦੇ ਜਾਗਦੇ ਤੁਰੇ ਫਿਰਦੇ ਹਾਂ। ਇਸੇ ਤਰ੍ਹਾਂ ਹੀ ਰਸਨਾ ਤੋਂ ਜਪਿਆ ਹੋਇਆ ਨਾਮ, ਬਹੁਤਾ ਨਾਮ ਜਪਿਆ ਹੋਇਆ ਮਿਹਨਤ ਅਭਿਆਸ ਕਰਨ ਨਾਲ, ਅਤੇ ਨਾਲ ਆਪਣੇ ਆਪ ਨੂੰ ਬਹੁਤੀਆਂ ਗੱਲਾਂ ਵੱਲੋਂ ਰੋਕਣ ਨਾਲ, ਨਿੰਦਿਆ ਚੁਗਲੀ ਵੱਲੋਂ ਰੋਕਣ ਨਾਲ, ਬੁਰਾ ਕਰਨ ਵੱਲੋਂ ਰੋਕਣ ਨਾਲ ਸਹਿਜੇ ਸਹਿਜੇ ਫਿਰ ਇਹ ਨਾਮ ਅੰਦਰ ਲੈ ਜਾਂਦਾ। ਫਿਰ ਇਹ ਜਾਂਦਾ ਮਧਮਾ ਬਾਣੀ 'ਚ। ਪਹਿਲਾਂ ਬੈਖਰੀ ਬਾਣੀ ਉਚਾਰਨ ਕਰਨਾ ਉੱਚੀ ਬੋਲ ਕੇ, ਹੋਰ ਵੀ ਸੁਣ ਸਕਣ, ਅਤੇ ਫਿਰ ਹੁੰਦਾ ਮਧਮਾ। ਸੋ ਆਪਣੇ ਆਪ ਨੂੰ ਪਤਾ ਲੱਗਦਾ ਮੈਂ ਜਪ ਰਿਹਾ। ਫਿਰ ਇਹ ਪਸੰਤੀ ਬਾਣੀ ਹੈ, ਦਿਲ ਵਿੱਚ ਯਾਦ ਵਸਦੀ ਹੈ। ਫਿਰ ਪਰਾ ਬਾਣੀ ਦਾ ਜਾਪ ਬਣਦਾ। ਉੱਥੋਂ ਫਿਰ ਮਨ ਨੂੰ ਸਾਰੇ ਰੋਮਾਂ ਰੋਮਾਂ 'ਚੋਂ ਨਾਮ ਜਪਣ ਲੱਗ ਪਈਦਾ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਤਰ੍ਹਾਂ ਹੈ, ਪਰ ਮੇਰੇ ਵਾਂਗ ਸਿਰਫ ਗੱਲਾਂ ਕਰਨ ਦੇ ਨਾਲ ਨਹੀਂ, ਇਹ ਤਾਂ ਕਮਾਈ ਦਾ ਵਿਸ਼ਾ ਹੈ। ਹਜ਼ੂਰ ਕਹਿੰਦੇ ਨੇ ਰੇ ਰੇ ਦਰਗਹਿ ਕਹੈ ਨਾ ਕੋ। ਜੇ ਇੰਜ ਕਰੋਗੇ ਨਾ, ਅਤੇ ਜਦੋਂ ਮਨ ਰੰਗਿਆ ਗਿਆ ਅਤੇ ਫਿਰ ਦਰਗਾਹ ਦੇ ਵਿੱਚ ਓਏ ਓਏ ਰੇ, ਹੇ ਭਾਈ ਇੱਧਰ ਆ, ਇੱਧਰ ਆ, ਇੱਧਰ ਨੂੰ ਆ, ਇੰਜ ਓਏ ਓਏ ਕਹਿ ਕੇ, ਰੇ ਰੇ ਕਹਿ ਕੇ ਦਰਗਾਹ ਵਿੱਚ ਕੋਈ ਆਵਾਜ਼ਾਂ ਨਹੀਂ ਮਾਰੇਗਾ, ਕੋਈ ਰੇ ਰੇ ਨਹੀਂ ਕਹੇਗਾ ਦਰਗਾਹ ਦੇ ਵਿੱਚ। ਆਓ ਬੈਠ ਆਦਰ ਸ਼ੁਭ ਦੇਉ। ਬੜਾ ਸ਼ੁਭ ਸਨਮਾਨ ਆਦਰ ਦੇਣਗੇ ਸਾਰੇ, ਅਤੇ ਕਹਿਣਗੇ ਆਓ ਜੀ ਬੈਠੋ ਜੀ, ਆਦਰ ਮਾਣ ਮਿਲੇਗਾ। ਉਹ ਮਹਿਲੀ ਪਾਵਹਿ ਤੂੰ ਬਾਸਾ। ਉਹਨਾਂ ਮਹਿਲਾਂ ਵਿੱਚ ਵਾਹਿਗੁਰੂ ਦੇ ਨਿਵਾਸ ਸਥਾਨ, ਪਰਮਾਤਮਾ ਦੇ ਚਰਨਾਂ ਵਿੱਚ ਜਿਹੜਾ ਨਿਵਾਸ ਹੈ, ਉੱਥੇ ਤੂੰ ਵਾਸਾ ਪ੍ਰਾਪਤ ਕਰੇਗਾ। ਜਨਮ ਜਿਹਨੂੰ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਜ਼ਰ ਨਿਹਾਲ। ਬੇਗਮਪੁਰਾ ਸ਼ਹਿਰ ਕੋ ਨਾਉ, ਦੂਖਾਂ ਦੋਹੋ ਨਹੀਂ ਤੇ ਠਾਓ। ਜਾਂ ਸੂਖ ਮਿਲ ਜਾ ਕੇ ਊਚ ਦੁਆਰੇ, ਤਾ ਮਹਿ ਵਾਸੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਤਹ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰਹਿ ਹਰ ਰੰਗਾ। ਗੋਜ ਕਥਾ ਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਉੱਥੇ ਤੇਰਾ ਵਾਸਾ ਹੋਵੇਗਾ। ਜਨਮ ਮਰਨ ਨਾ ਹੋਏ ਬਿਨਾਸਾ। ਉੱਥੇ ਜੰਮਣਾ ਮਰਨਾ ਨਹੀਂ ਰਹਿ ਜਾਏਗਾ, ਤੇਰਾ ਵਿਨਾਸ਼ ਨਹੀਂ ਹੋਵੇਗਾ, ਤੂੰ ਅਮਰ ਹੋ ਜਾਏਗਾ। ਅਮਰ ਹੋਵੇ ਜੋ ਨਾਮ ਰਸ ਪੀਵੇ। ਜੇ ਇੰਜ ਵੀ ਕਿਹਾ ਜਾਂਦਾ ਕਿ ਆਤਮਿਕ ਮੌਤੇ ਨਹੀਂ ਮਰੇਗਾ। ਆਤਮਿਕ ਮੌਤ ਨਹੀਂ ਹੋਵੇਗੀ, ਵਿਨਾਸ਼ ਨਹੀਂ ਹੋਵੇਗਾ ਆਤਮਿਕ ਤੌਰ 'ਤੇ, ਅਤੇ ਜੰਮਣਾ ਮਰਨਾ ਵੀ ਨਹੀਂ ਰਹਿ ਜਾਏਗਾ, ਖਤਮ ਹੋ ਜਾਏਗਾ। ਮਸਤਕ ਕਰਮ ਲਿਖਿਓ ਧੁਰ ਜਾ ਕੇ। ਹਜ਼ੂਰ ਕਹਿੰਦੇ ਨੇ ਭਾਈ ਜਿਸ ਦੇ ਮਸਤਕ ਮੱਥੇ 'ਤੇ ਜਾ ਕੇ, ਮਸਤਕ ਭਾਗ ਸੇ ਸੇਵਾ ਲਾਇਆ, ਜਿਸ ਦੇ ਮਸਤਕ ਮੱਥੇ 'ਤੇ ਧੁਰੋਂ ਹੀ ਪਰਮਾਤਮਾ ਨੇ ਇਹ ਬੰਦਗੀ ਦਾ, ਇਹ ਸਿਮਰਨ ਦਾ ਲੇਖ ਲਿਖਿਆ ਹੋਇਆ ਹੈ। ਹਰ ਸੰਪੈ ਨਾਨਕ ਘਰ ਤਾਕ ਹੈ। ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਜਿਸ ਦੇ ਮਸਤਕ 'ਤੇ ਭਾਗ ਲਿਖਿਆ, ਉਸ ਦੇ ਹਿਰਦੇ ਘਰ ਦੇ ਅੰਦਰ ਹਰੀ ਪਰਮਾਤਮਾ ਦੇ ਨਾਮ ਦੀ ਸੰਪਤੀ ਜਾਇਦਾਦ ਹੈ। ਉਹਦੇ ਹਿਰਦੇ ਘਰ ਵਿੱਚ, ਘਰ ਹਿਰਦੇ ਦਾ ਨਾਮ, ਉਸ ਦੇ ਘਰ ਵਿੱਚ ਵਾਹਿਗੁਰੂ ਦੇ ਨਾਮ ਦੀ ਸੰਪਤੀ ਜਾਇਦਾਦ ਸਰਮਾਇਆ ਧਨ ਇਕੱਠਾ ਹੋ ਜਾਂਦਾ। ਸ਼ਲੋਕ ਸਤਿਗੁਰੂ ਜੀ ਅਗਲਾ ਸ਼ਲੋਕ ਉਚਾਰਦੇ ਹਨ 11ਵੀਂ ਪੌੜੀ ਦਾ। ਲਾਲਚ ਝੂਠ ਬੇਕਾਰ ਮੋਹ, ਵਿਆਪਤ ਮੂੜੇ ਅੰਧ। ਜਿਹੜੇ ਮੂੜੇ ਮੂਰਖ ਲੋਕ ਨੇ,
ਤੇ ਅੰਨੇ ਅਗਿਆਨੀ। ਸਾਡੇ ਬਾਰੇ ਹਜ਼ੂਰ ਫਰਮਾ ਰਹੇ ਨੇ ਵੀ ਮੂੜੇ ਮੂਰਖ ਨੇ ਸ਼ਾਸਤਰ ਗਿਆਨ ਵੱਲੋਂ, ਅੰਦਰਲੇ ਗਿਆਨ ਵੱਲੋਂ ਵੀ ਅੰਨੇ ਅਗਿਆਨੀ ਹਨ। ਲਾਲਚ, ਪਦਾਰਥਾਂ ਨੂੰ ਜਮ੍ਹਾਂ ਕਰਨ ਦੀ ਹੋੜ ਤੇ ਝੂਠ ਬੋਲਣਾ, ਝੂਠੇ ਸੰਸਾਰ ਨਾਲ ਨਿਓ, ਤੇ ਇਸੇ ਤਰ੍ਹਾਂ ਵਿਕਾਰ, ਕਾਮ ਆਦਿਕ ਤੇ ਮੋਹ ਵਿਆਪਤ ਮੂੜੇ ਆਂਦਾ। ਇਹਨਾਂ ਮੂਰਖਾਂ ਅੰਨਿਆਂ ਨੂੰ ਇਹ ਸਾਰਾ ਕੁਝ ਵਿਆਪ ਰਿਹਾ ਹੈ। ਸੰਸਾਰ ਦੇ ਐਸੇ ਜੀਵ ਮੂੜੇ ਮੂਰਖ ਤੇ ਅੰਨੇ ਹਨ, ਇਹਨਾਂ ਦੇ ਤਾਈਂ ਲਾਲਚ, ਝੂਠ, ਵਿਕਾਰ ਤੇ ਮੋਹ ਵਿਆਪ ਰਿਹਾ, ਇਹਦੇ ਵਿੱਚ ਫਸ ਰਹੇ ਨੇ। ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ। ਜਿਹੜੀ ਮਾਇਆ ਸੰਸਾਰ ਰਚਨਾ, ਇਹੀ ਬੰਧਨ ਬਣ ਕੇ ਗਲ ਪਈ ਹੋਈ ਹੈ। ਇਹਨੂੰ ਸੱਚਾ ਮੰਨ ਲਿਆ ਇਹਨਾਂ ਨੇ, ਤੇ ਇਸ ਨੂੰ ਸੱਚਾ ਮੰਨਣ ਕਰਕੇ ਲੱਗ ਪਏ ਹਨ ਦੁਰਗੰਧ ਦੇ ਨਾਲ, ਗੰਧ ਦੇ ਨਾਲ। ਦੁਰਗੰਧ, ਖੋਟੀ ਗੰਧ, ਮੰਦੀ ਵਾਸ਼ਨਾ। ਸੋ ਮੰਦੀ ਵਾਸ਼ਨਾ ਜਿਹੜੀ ਇਹਨਾਂ ਵਿਕਾਰਾਂ ਦੀ, ਲਾਲਚ, ਝੂਠ, ਵਿਕਾਰ, ਮੋਹ ਦੀ, ਇਸ ਦੁਰਗੰਧੀ ਵਿੱਚ ਜਿੱਥੋਂ ਖੁਸ਼ਬੂ ਨਹੀਂ ਆਉਣੀ ਹੈ, ਮੰਦੀ ਬਦਬੂ ਫੈਲਣੀ, ਇਸ ਦੁਰਗੰਧ ਵਿੱਚ, ਮੰਦ ਵਾਸ਼ਨਾ ਦੇ ਵਿੱਚ ਲੱਗੇ ਹੋਏ ਨੇ। ਪੌੜੀ ਸਤਿਗੁਰੂ ਖੁਲਾਸਾ ਕਰਦੇ ਹਨ, ਲੱਲਾ ਲਪਟ ਬਿਖੈ ਰਸ ਰਾਤੇ। ਲੱਲਾ ਅੱਖਰ ਉਪਦੇਸ਼ ਦਿੰਦਾ ਸਾਨੂੰ। ਹਜ਼ੂਰ ਕਹਿੰਦੇ ਨੇ ਕਿ ਜਿਹੜੇ ਇਸ ਮਾਇਆ 'ਚ ਲਪਟ ਰਹੇ ਨੇ, ਲੰਪਟ ਹੋ ਰਹੇ, ਚਿੰਬੜੇ ਹੋਏ ਨੇ, ਬਿਖੈ ਰਸ ਮਾਤੇ। ਤੇ ਇਸ ਮਾਇਆ ਨੇ ਫਿਰ ਕੀ ਕੀਤਾ? ਵਿਸ਼ਿਆਂ ਦਾ ਜਿਹੜਾ ਰਸ ਹੈ ਨਾ, ਵਿਕਾਰਾਂ ਦਾ ਰਸ, ਇਸ ਰਸ ਵਿੱਚ ਰੱਤੇ ਹੋਏ ਜੀਵ ਹੋ ਗਏ। ਇਸ ਮਾਇਆ ਨੂੰ ਸੱਚੀ ਜੋ ਮੰਨ ਲਿਆ, ਤੇ ਫਿਰ ਇਸ ਕਰਕੇ ਵਿਸ਼ਿਆਂ ਦੇ ਰਸ ਵਿੱਚ, ਵਿਕਾਰਾਂ ਦੇ ਰਸ ਵਿੱਚ ਰੰਗੇ ਗਏ ਉਹ ਲੋਕ। ਅਹੰ ਬੁੱਧ ਮਾਇਆ ਮਦ ਮਾਤੇ। ਹੰਗਤਾ ਵਾਲੀ ਬੁੱਧੀ ਹੈ ਅੰਦਰ, ਤੇ ਮਾਇਆ ਜਿਹੜੇ ਪਦਾਰਥ, ਸਰੀਰ ਤੋਂ ਲੈ ਕੇ ਮਾਇਆ ਆਰੰਭ ਹੁੰਦੀ ਹੈ। ਸਰੀਰ ਵੀ ਮਾਇਆ, ਦੇਹ ਸਾਡੀ, ਤੇ ਬਾਕੀ ਹੋਰ ਧਨ ਦੌਲਤ ਸੰਬੰਧੀ, ਫੌਜਾਂ, ਤਖਤ, ਤਾਜ, ਸਭ ਕੁਛ ਹੀ। ਸੋ ਇਸ ਮਾਇਆ ਦੇ ਮਦ, ਨਸ਼ੇ, ਹੰਕਾਰ ਵਿੱਚ ਮੱਤੇ ਮੱਤੇ ਗਏ ਨੇ। ਇਹ ਮਾਇਆ ਮਹਿ ਜਨਮਹਿ ਮਰਨਾ। ਜਦੋਂ ਤੱਕ ਬਿਰਤੀ, ਚਿੱਤ, ਮਨ ਇਸ ਮਾਇਆ ਦੇ ਵਿੱਚ ਹੀ ਹੈ, ਤਾਂ ਇਸ ਮਾਇਆ ਦੇ ਵਿੱਚ ਤਾਂ ਜੰਮਣਾ ਮਰਨਾ ਹੀ ਹੈ। ਇਸ ਮਾਇਆ ਮਹਿ ਜਨਮਹਿ ਮਰਨਾ। ਇਸ ਮਾਇਆ ਵਿੱਚ ਹੀ ਜਨਮਦੇ ਹਨ ਤੇ ਮਰਦੇ ਹਨ। ਮਾਇਆ ਦੇ ਵਿੱਚ ਮਨ ਰਹਿਣ ਕਰਕੇ ਜਨਮਦੇ ਹਨ, ਫਿਰ ਮਰਨਾ ਹੁੰਦਾ, ਫਿਰ ਜਨਮਦੇ, ਫਿਰ ਮਰਨਾ ਹੁੰਦਾ। ਜਿਉ ਜਿਉ ਹੁਕਮ ਤਿਵੈ ਤਿਉ ਕਰਨਾ। ਹਜ਼ੂਰ ਫਰਮਾਉਂਦੇ ਨੇ, ਭਾਈ ਕਿਸੇ ਦੇ ਕੀ ਵਸ ਹੈ। ਜਿਵੇਂ ਜਿਵੇਂ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੋ ਰਿਹਾ, ਤਿਵੈ ਤਿਉ ਕਰਨਾ, ਉਸੇ ਤਰ੍ਹਾਂ ਹੀ ਨੇ ਜੀਵਾਂ ਨੇ ਕਰਮ ਕਰਨਾ ਹੋਇਆ। ਕਉ ਊਨ ਨਾ ਕਉ ਪੂਰਾ, ਨੰਨਾ ਦੇਲੀ ਦੀਪਕ ਹੈ। ਭਾਈ ਆਪਣੇ ਆਪ 'ਚ ਆਪਣੀ ਮਰਜ਼ੀ ਨਾਲ ਕੋਈ ਊਣਾ ਅਧੂਰਾ ਨਹੀਂ ਹੈ, ਤੇ ਨਾ ਹੀ ਕੋਈ ਆਪਣੇ ਯਤਨਾਂ ਨਾਲ ਪੂਰਾ ਬਣ ਗਿਆ, ਪੂਰਨ ਮਨੁੱਖ। ਕਉ ਸੁਗਰ ਨਾ ਕਉ ਮੂਰਾ, ਤੇ ਨਾ ਹੀ ਆਪਣੇ ਯਤਨਾਂ ਦੇ ਨਾਲ ਕੋਈ ਸੁਗੜ ਸਿਆਣਾ ਦਾਨਾ ਬਣ ਗਿਆ, ਤੇ ਨਾ ਹੀ ਕੋਈ ਆਪਣੀ ਮਰਜ਼ੀ ਨਾਲ ਮੂਰਖ ਬਣਿਆ ਹੈ। ਜਿਤ ਜਿਤ ਲਾਭ ਹੋ ਤਿਤ ਤਿਤ ਲੱਗਣਾ। ਅਸੀਂ ਤਾਂ ਵਾਹਿਗੁਰੂ ਪਾਸ ਬੇਨਤੀ ਕਰਕੇ ਕਹਿੰਦੇ ਹਾਂ ਕਿ ਮਹਾਰਾਜ ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ, ਤਿਉ ਤਿਤ ਤਿਤ ਲੱਗਣਾ, ਉਧਰ ਹੀ ਨਾ ਜੀਵਨ ਲੱਗਣਾ ਹੋਇਆ। ਸੋ ਇਸ ਪ੍ਰਕਾਰ ਜਹ ਜਾ ਰੱਖਾ ਆਪ ਤਹ ਜਾਏ ਖੜੋਵਣਾ। ਸੋ ਇਸ ਪ੍ਰਕਾਰ ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਨਾਨਕ ਠਾਕੁਰ ਸਦਾ ਅਲਿਪਨਾ। ਜੇ ਕੋਈ ਕਹੇ ਵੀ ਭਾਈ ਫਿਰ ਜੀਆਂ ਨੂੰ ਦੋਸ਼ ਕਿਉਂ, ਫਿਰ ਜੀਆਂ ਨੂੰ ਮੰਦੇ ਕਰਮਾਂ ਦਾ ਫਲ ਦੁੱਖ ਕਿਉਂ, ਤਾਂ ਮਹਾਰਾਜ ਕਹਿੰਦੇ ਠਾਕੁਰ ਪਰਮੇਸ਼ਰ ਨਿਰਲੇਪ ਹੀ ਰਹਿੰਦਾ। ਕਰਮ ਜੀਵ ਹੀ ਕਮਾਉਂਦੇ ਨੇ, ਭਾਵੇਂ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਹੀ ਹਨ, ਪਰ ਉਹ ਸਭ ਕਰਮਾਂ ਤੋਂ ਅਲਿਪਨਾ, ਅਲੇਪ ਹੈ। ਲੇਪੇ ਛੇਪੇ ਤੋਂ ਰਹਿਤ ਆ, ਮੰਦੇ ਚੰਗੇ ਕਰਮਾਂ ਦੇ ਛੇਪੇ ਲੇਪੇ ਤੋਂ ਰਹਿਤ ਹੈ। ਪ੍ਰਮਾਤਮਾ ਅਲੇਪ ਹੈ, ਨਿਰਲੇਪ ਹੈ। ਸ਼ਲੋਕ। ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਗੰਭੀਰ ਅਥਾਹ। ਹਜ਼ੂਰ ਕਹਿੰਦੇ ਨੇ ਉਹ ਪ੍ਰਮਾਤਮਾ ਪ੍ਰਭੂ ਅਕਾਲ ਪੁਰਖ ਲਾਲ ਪਿਆਰਾ ਹੈ, ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਗੋਬਿੰਦ ਸ੍ਰਿਸ਼ਟੀ ਦਾ ਰਕਸ਼ਕ ਹੈ, ਪ੍ਰਭੂ ਸਰਬ ਸ਼ਕਤੀਮਾਨ ਹੈ, ਮਾਲਕ ਹੈ। ਗਹਿਰ ਗੰਭੀਰ ਥਾ, ਤੇ ਸਮੁੰਦਰ ਜਿਵੇਂ ਬੜਾ ਡੂੰਘਾ ਹੁੰਦਾ ਨਾ, ਇਸ ਤਰ੍ਹਾਂ ਉਹ ਬਹੁਤ ਡੂੰਘੇ ਜਿਗਰੇ ਵਾਲਾ, ਤੇ ਗੰਭੀਰ ਜਿਹੜਾ ਨਿਰਹੱਲ ਹੈ, ਪਹਾੜ ਦੀ ਨਿਆਈ, ਸਮੁੰਦਰ ਦੀ ਨਿਆਈ ਗਹਿਰਾ ਹੈ, ਉਹਦੀ ਡੂੰਘਾਈ ਨਹੀਂ ਲੱਭ ਸਕਦੇ ਆਪਾਂ, ਤੇ ਪਹਾੜ ਦੀ ਨਿਆਈ ਨਿਰਹੱਲ ਹੈ, ਵੱਡੇ ਜਿਗਰੇ ਵਾਲਾ ਮਤਲਬ।
ਤੇ ਅਥਾਹ। ਵੇਖ ਲਓ ਸੰਸਾਰ ਦੇ ਕਿੰਨੇ ਜੀਵ ਰੱਬ ਤੋਂ ਬੇਮੁਖ ਨੇ, ਨਾਸਤਕ ਨੇ, ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਤੇ ਫਿਰ ਵੀ ਪ੍ਰਮਾਤਮਾ ਸਭ ਦੀ ਪ੍ਰਤਪਾਲਾ ਕਰ ਰਿਹਾ। ਇਸ ਕਰਕੇ ਵੱਡੇ ਜਿਗਰੇ ਵਾਲਾ ਤੇ ਅਥਾਹ, ਜਿਹਦਾ ਥਾਹ ਹੀ ਨਾ ਪਾਇਆ ਜਾਏ, ਹਾਥ ਹੀ ਨਹੀਂ ਪਾਈ ਜਾਂਦੀ। ਦੂਸਰ ਨਾ ਹੀ ਅਵਰ ਕੋ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਤੋਂ ਬਗੈਰ ਉਹਦੇ ਵਰਗਾ ਬਰਾਬਰ ਦਾ ਸ਼ਰੀਕ ਦੂਜਾ ਕੋਈ ਹੋਰ ਨਹੀਂ ਹੈ। ਨਾਨਕ ਬੇਪਰਵਾਹ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਉਹ ਵਾਹਿਗੁਰੂ ਬੇਪਰਵਾਹ ਹੈ। ਬੇਪਰਵਾਹ ਸੱਚ ਮੇਰਾ ਪਿਆਰਾ ਉਹੀ ਇੱਕ ਹੈ ਜਿਸ ਨੂੰ ਕਿਸੇ ਦੀ ਕੋਈ ਕਾਣ ਕਣੌੜ ਅਧੀਨਗੀ ਪਰਵਾਹ ਨਹੀਂ ਹੈ, ਕਿਉਂਕਿ ਸੁਤੰਤਰ ਹਸਤੀ ਹੈ। ਪੌੜੀ ਲੱਲਾ ਤਾ ਕਹਿ ਲਵੈ ਨਾ ਕੋ। ਲੱਲੇ ਅੱਖਰ ਰਾਹੀਂ ਸਤਿਗੁਰੂ ਬਚਨ ਫਰਮਾਉਂਦੇ ਨੇ ਭਾਈ ਤਾ ਕਹਿ ਤਿਸ ਪਰਮਾਤਮਾ ਦੇ ਲਵੈ ਨਾ ਕੋ। ਸਦਰਸ਼ ਕੋਈ ਨਹੀਂ ਹੈ। ਸਦਰਸ਼ ਮੈਨੇ ਬਰਾਬਰ, ਲਵੈ ਦਾ ਅਰਥ ਨੇੜੇ, ਉਸ ਦੇ ਨੇੜੇ ਲੱਗਣ ਵਾਲਾ, ਭਾਵ ਉਹਦੇ ਬਰਾਬਰ ਲੱਗਣ ਵਾਲਾ, ਉਹਦੇ ਬਰਾਬਰ ਦੀ ਹਸਤੀ ਕੋਈ ਨਹੀਂ ਹੈ। ਇੱਕ ਹੈ ਆਪ ਅਵਰ ਨ ਹੋਊ। ਇੱਕੋ ਇੱਕ ਆਪ ਹੀ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ। ਉਹਦੇ ਬਰਾਬਰ ਦਾ ਹੋਰ ਸਮਰੱਥਾਵਾਨ ਨਹੀਂ ਹੋਏਗਾ। ਹੋਵਨ ਹਾਰ ਹੋਤ ਸਦ ਆਇਆ। ਉਹ ਪਰਮਾਤਮਾ ਆਉਣ ਵਾਲੇ ਸਮੇਂ 'ਚ ਵੀ ਹੋਣ ਵਾਲਾ, ਸਦਾ ਹੀ ਹੋਂਦ ਵਾਲਾ, ਮਤਲਬ ਸਦਾ ਕਾਇਮ ਰਹਿਣ ਵਾਲਾ। ਹੋਤ ਸਦ ਆਇਆ, ਪਿੱਛੇ ਵੀ ਹੋਂਦ ਵਾਲਾ ਹੀ ਸੀ। ਹੋਤ ਪਿੱਛੇ ਵੀ ਹੁੰਦਾ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਣਹਾਰ ਹੈ। ਸਦਾ ਰਹਿਣ ਵਾਲਾ ਮਤਲਬ ਪਿੱਛੇ ਤੋਂ ਹੀ ਲੈ ਕੇ ਹੋਂਦ ਵਾਲਾ ਚੱਲਿਆ ਆ ਰਿਹਾ ਹੈ। ਉਹ ਆਕੰਤ ਨਾ ਕਾਹੂ ਪਾਇਆ। ਉਸ ਵਾਹਿਗੁਰੂ ਪਰਮਾਤਮਾ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ ਹੈ। ਕਿਸੇ ਨੇ ਵੀ ਵਾਹਿਗੁਰੂ ਦਾ ਅਖੀਰਲਾ ਬੰਨਾ ਨਹੀਂ ਪ੍ਰਾਪਤ ਕੀਤਾ। ਵਾਹਿਗੁਰੂ ਕਿੱਡਾ ਕੁ ਵੱਡਾ ਹੈ। ਕੀਟ ਹਸਤ ਮਹਿ ਪੂਰ ਸਮਾਨੇ। ਫਿਰ ਮਹਾਰਾਜ ਕਿੱਥੇ ਰਹਿੰਦੇ ਹਨ ਵਾਹਿਗੁਰੂ ਜੀ? ਵਾਸਾ ਕਿੱਥੇ ਆ ਜੀ? ਤਾਂ ਹਜ਼ੂਰ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ। ਕੀੜੀਆਂ ਵਿੱਚ ਵੀ ਤੇ ਹਸਤ, ਹਾਥੀ ਵੱਡਾ ਹੁੰਦਾ ਨਾ, ਮਤਲਬ ਛੋਟੇ ਜੀਵ ਤੋਂ ਲੈ ਕੇ ਵੱਡਿਆਂ ਜੀਆਂ ਤੱਕ ਸਾਰਿਆਂ ਦੇ ਅੰਦਰ ਪੂਰ ਸਮਾਨਾ। ਕੀੜ ਕੀੜੇ ਛੋਟੇ ਛੋਟੇ ਜੀਵ ਤੇ ਹਸਤ ਹਾਥੀ ਵੱਡੇ ਵੱਡੇ ਬ੍ਰਹਮਾ ਵਰਗੇ ਸਮਝ ਲਓ। ਸਾਰਿਆਂ 'ਚ ਪੂਰ ਸਮਾਨੇ, ਪੂਰਨ ਤੌਰ 'ਤੇ ਭਰਪੂਰ ਹੋ ਕੇ ਸਮਾਨੇ ਸਮਾਏ ਹੋਏ ਹਨ ਵਾਹਿਗੁਰੂ। ਜਲ ਥਲ ਮਹਿਲ ਪੂਰਿਆ ਸੁਆਮੀ ਸਿਰਜਣਹਾਰ। ਸੋ ਹਸਤੀ ਕੀਟੀ ਤ੍ਰਿਣ ਲਓ ਆਦੰ। ਏਕ ਅਖੰਡਤ ਬਸੈ ਅਨਾਦੰ। ਏਕ ਅਖੰਡੰ ਬਸੈ ਅਨਾਦੰ। ਸੋ ਇਸ ਪ੍ਰਕਾਰ ਸਾਰਿਆਂ ਦੇ ਵਿੱਚ ਹੈ ਪਰਮਾਤਮਾ ਦੀ ਜੋ ਪ੍ਰਗਟ ਪੁਰਖ ਸਭ ਠਾਉ ਜਾਣੇ। ਹਜ਼ੂਰ ਕਹਿੰਦੇ ਨੇ ਕਿ ਉਹ ਪੁਰਖ ਵਾਹਿਗੁਰੂ ਜੀ ਪ੍ਰਗਟ ਪ੍ਰਤੱਖ ਰੂਪ ਵਿੱਚ ਸਭ ਠਾਉ, ਸਾਰਿਆਂ ਥਾਵਾਂ 'ਤੇ ਜਾਣੇ ਜਾ ਰਹੇ ਨੇ। ਇਹ ਤਾਂ ਗਿਆਨਵਾਨਾਂ ਦੀ ਅਵਸਥਾ ਹੈ ਨਾ, ਜੋ ਸਤਿਗੁਰੂ ਫਰਮਾ ਰਹੇ ਨੇ ਕਿ ਭਾਈ ਲੋਕ ਕਹਿੰਦੇ ਨੇ ਕਿੱਥੇ ਆ, ਅਸੀਂ ਕਹਿੰਦੇ ਵੀ ਕਿਹੜੀ ਜਗ੍ਹਾ ਜਿੱਥੇ ਨਹੀਂ। ਇੱਕ ਬਚਨ ਯਾਦ ਆਇਆ, ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਸੁਣਾਇਆ। ਭਾਈ ਸੰਤ ਗੁਰਬਚਨ ਸਿੰਘ ਖਾਲਸਾ ਜੀ ਭੂਰੇ ਇੱਕ ਵਾਰੀ ਗਏ ਹੋਏ ਸਨ, ਅਤੇ ਉਹਨਾਂ ਦਾ ਪਿੰਡ ਸੀ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ, ਉਹ ਗੜਵਈ ਸਨ ਨਾਲ। ਅੰਮ੍ਰਿਤ ਵੇਲੇ ਦੀ ਕਥਾ ਤੋਂ ਬਾਅਦ ਉਹ ਮਹਾਂਪੁਰਸ਼ ਜਦੋਂ ਆਪਣੇ ਕਮਰੇ 'ਚ ਆਏ ਅਤੇ 2 ਰਜਾਈਆਂ ਦੇ ਪਿੱਛੇ ਢੋਲ ਆਈ ਹੋਈ ਸੀ। ਇੱਕ ਅੱਧੀ ਰਜਾਈ ਆਪਣੇ ਉਹਨਾਂ ਲੱਤਾਂ 'ਤੇ ਲਈ ਹੋਈ ਸੀ, ਅਤੇ ਬਹੁਤ ਕਿਸੇ ਗਾੜੇ ਆਨੰਦ ਵਿੱਚ ਸਨ। ਐਸੇ ਆਨੰਦ ਵਿੱਚ ਕਿ ਸਾਰੇ ਕਮਰੇ 'ਚ ਚਾਰ ਚੁਫੇਰੇ ਵੀ ਉਹਨਾਂ ਦੀ ਇਕਾਗਰਤਾ ਦਾ ਪ੍ਰਭਾਵ ਪੈ ਰਿਹਾ ਸੀ, ਉਹਨਾਂ ਦੇ ਆਤਮਿਕ ਰਸ ਦਾ। ਨੇਤਰਾਂ ਵਿੱਚੋਂ ਕਈ ਵਾਰੀ ਹੰਝੂ ਵਗਦੇ ਸਨ ਅਤੇ ਆਪਣੇ ਹਜ਼ੂਰੀਏ ਨਾਲ ਸਾਫ਼ ਕਰ ਲੈਂਦੇ ਸੀ। ਤਾਂ ਮਹਾਂਪੁਰਸ਼ ਕਹਿੰਦੇ ਦਾਸ ਗਿਆ ਉਹਨਾਂ ਨੂੰ ਬੇਨਤੀ ਕਰਨ ਲਈ ਵੀ ਲੰਗਰ ਤਿਆਰ ਹੈ ਜੀ, ਭੋਜਨ ਛਕ ਲਓ, ਇਹ ਕਹਿਣ ਗਿਆ ਸੀ। ਪਰ ਮੈਂ ਉਹਨਾਂ ਦੀ ਅਵਸਥਾ ਇਹ ਵੇਖ ਕੇ ਅਤੇ ਪਿਛਾਂਹ ਹਟ ਗਿਆ, ਸਹਿਜੇ ਨਾਲ ਦਰਵਾਜ਼ੇ ਤੋਂ ਬਾਹਰ ਆ ਗਿਆ। ਫਿਰ ਗਏ ਅੱਗੇ, ਫਿਰ ਸਹਿਜੇ ਕੁਝ ਸਮੇਂ ਬਾਅਦ ਬੋਲੇ, ਆਓ ਭਾਈ ਦੱਸੋ ਭੋਜਨ ਪ੍ਰਸ਼ਾਦਾ ਤਿਆਰ ਹੈ? ਤਾਂ ਕਿਹਾ ਜੀ ਤਿਆਰ ਹੈ। ਫਿਰ ਬਾਬਾ ਠਾਕੁਰ ਸਿੰਘ ਜੀ ਨੇ ਪ੍ਰਸ਼ਾਦਾ ਲੈ ਆਂਦਾ ਅਤੇ ਛਕਣ ਲੱਗ ਪਏ ਅਤੇ ਕਹਿਣ ਲੱਗੇ ਕੋਈ ਗੱਲ ਕਰੀਏ? ਮੈਂ ਕਿਹਾ ਜੀ ਕਰੋ ਜ਼ਰੂਰ। ਕਹਿਣ ਲੱਗੇ ਚਲੋ ਛੱਡੋ, ਕੀ ਗੱਲ ਕਰਨੀ, ਇਹ ਗੱਲ ਕਰਨ ਵਾਲੀ ਨਹੀਂ, ਇਹਦੀ ਲੋੜ ਹੀ ਨਹੀਂ ਕਰਨ ਦੀ। ਕਹਿੰਦੇ ਨਹੀਂ ਫਿਰ ਵੀ ਕੁਛ ਕਰੋ ਜੀ। ਤਾਂ ਕਹਿਣ ਲੱਗੇ ਜੀ ਅੰਮ੍ਰਿਤ ਵੇਲੇ ਦੀ ਕਥਾ ਤੋਂ ਬਾਅਦ ਜਿੱਧਰ ਕਿੱਧਰ ਧੰਨ ਗੁਰੂ ਕਲਗੀਧਰ ਪਾਤਸ਼ਾਹੀ ਨਜ਼ਰੀ ਆਈ ਜਾਂਦੇ ਨੇ, ਉਹਨਾਂ ਦਾ ਦਰਸ਼ਨ ਹੋ ਰਿਹਾ ਹੈ, ਹੋਰ ਕੁਛ ਨਹੀਂ ਦਿਸਦਾ। ਅਸਮਾਨ 'ਤੇ ਨਜ਼ਰ ਮਾਰੀ, ਉੱਧਰ ਵੀ, ਇੱਥੇ ਮਾਤ ਲੋਕ 'ਤੇ ਵੀ, ਸਭ ਪਾਸੇ ਗੁਰੂ ਕਲਗੀਧਰ ਦਾ ਨੂਰ ਹੀ ਦਿਖਾਈ ਦੇ ਰਿਹਾ। ਤਾਂ ਉਸ ਵੇਲੇ ਕਹਿਣ ਲੱਗੇ ਤੈਨੂੰ ਵੀ ਕੁਛ ਦਿਸਦਾ? ਕਹਿੰਦੇ ਮੈਂ ਕਿਹਾ ਜੀ ਮੈਂ ਤਾਂ ਅੰਨਾ। ਮਹਾਂਪੁਰਸ਼ ਕਹਿਣ ਲੱਗੇ ਸੰਤ ਕਰਤਾਰ ਸਿੰਘ ਜੀ ਗੜਵਈ ਸਨ, ਕਹਿੰਦੇ ਜੀ ਮੈਂ ਤਾਂ ਅੰਨਾ, ਮੈਨੂੰ ਤਾਂ ਇਹ ਦਰਵਾਜ਼ਾ ਦਿਸਦਾ, ਕੰਧਾਂ ਦਿਸਦੀਆਂ ਹਨ, ਹੋਰ ਚੀਜ਼ਾਂ ਦਿਸਦੀਆਂ।
ਤੇ ਮੇਰੇ ਤੇ ਵੀ ਕਿਰਪਾ ਕਰੋ ਜੀ। ਤਾਂ ਕਹਿਣ ਲੱਗੇ, ਸਿਮਰਨ ਭਜਨ ਕਰਿਆ ਕਰੋ ਅਤੇ ਰਹਿਤ ਵਿੱਚ ਪਰਪੱਕ ਰਿਓ। ਜਿਹੜੀ ਗੁਰੂ ਕਲਗੀਧਰ ਦੀ ਬਖਸ਼ੀ ਹੋਈ ਰਹਿਣੀ ਹੈ ਸਿੱਖ ਵਾਸਤੇ, ਉਹਦੇ 'ਚ ਪਰਪੱਕ ਰਹਿਣਾ ਸਤਿਗੁਰੂ ਜੀ ਕਿਰਪਾ ਕਰਨਗੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਪ੍ਰਗਟ ਪੁਰਖ ਸਭ ਠਾਉ ਜਾਣੇ। ਉਹ ਪੁਰਖ ਪੂਰਨ ਵਾਹਿਗੁਰੂ ਜੀ ਤਾਂ ਪ੍ਰਗਟ ਨੇ, ਸਭ ਥਾਵਾਂ 'ਤੇ ਪ੍ਰਗਟ ਰੂਪ ਪ੍ਰਤੱਖ ਰੂਪ 'ਚ ਹੀ ਜਾਣੇ ਜਾ ਰਹੇ ਨੇ। ਜਾ ਕਉ ਦੀਨੋ ਹਰ ਰਸ ਆਪਣਾ। ਜਿਸ ਵਿਅਕਤੀ ਦੇ ਤਾਈਂ, ਜਿਸ ਭਗਤ ਦੇ ਤਾਈਂ ਵਾਹਿਗੁਰੂ ਪ੍ਰਮਾਤਮਾ ਨੇ ਆਪਣੇ ਨਾਮ ਦਾ ਰਸ, ਆਪਣਾ ਹਰ ਰਸ, ਹਰੀ ਨਾਮ ਦਾ ਰਸ ਬਖਸ਼ ਦਿੱਤਾ, ਜਿਸ ਦੇ ਤਾਈਂ ਨਾਨਕ ਗੁਰਮੁਖ ਹਰ ਹਰ ਤੇ ਜਪਨਾ। ਸਤਿਗੁਰੂ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਗੁਰਾਂ ਦੇ ਸਨਮੁਖ ਹੋ ਕੇ ਤਿਸ ਨੇ ਫਿਰ ਵਾਹਿਗੁਰੂ 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 ਹੀ ਜਪਣਾ ਹੈ। ਉਹ ਕਿਵੇਂ ਛੱਡ ਸਕਦਾ ਜਿਸ ਨੂੰ ਆਪਣੇ ਨਾਮ ਦਾ ਰਸ ਬਖਸ਼ ਦਿੱਤਾ? ਉਸ ਗੁਰਮੁਖ ਨੇ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਹੀ ਜਪਣਾ ਹੋਇਆ। ਜਿਵੇਂ ਜਿਹੜੇ ਸਨ ਪ੍ਰਿੰਸੀਪਲ ਗੰਗਾ ਸਿੰਘ ਜੀ, ਬਹੁਤ ਵੱਡੇ ਵਿਦਵਾਨ ਸਨ, ਪਰ ਆਪਣੇ ਅੰਦਰ ਕੋਈ ਅਵਸਥਾ ਤਾਰੀ ਨਹੀਂ ਸੀ ਕਦੇ ਹੋਈ। ਅਤੇ ਸੰਤ ਅਤਰ ਸਿੰਘ ਸਾਹਿਬ ਜੀ ਨੇ ਕਥਾ ਤੋਂ ਬਾਅਦ ਕਿਹਾ ਸੀ ਕਿ ਜੋ 5 ਖੰਡਾਂ ਦਾ ਜ਼ਿਕਰ ਤੁਸੀਂ ਕੀਤਾ, ਕੁਝ ਆਪ ਨੂੰ ਵੀ ਅਨੁਭਵ ਹੈ? ਕਹਿਣ ਲੱਗੇ ਜੀ ਨਹੀਂ, ਬੇਗਮਪੁਰਾ ਹੋ ਹੀ ਨਹੀਂ ਸਕਦਾ। ਮਨੁੱਖ ਜਿਉਂਦਾ ਜਾਗਦਾ ਸਰੀਰ ਵਾਲਾ ਅਤੇ ਉਹਨੂੰ ਐਸੀ ਅਵਸਥਾ ਹੋਏ ਕਿ ਉਹਦੇ 'ਤੇ ਗਮ ਦਾ ਅਸਰ ਹੀ ਨਾ ਹੋਵੇ, ਉਹਨੂੰ ਗਮ ਹੀ ਨਾ ਕੋਈ ਹੋਵੇ, ਇੰਝ ਕਿਵੇਂ ਹੋ ਸਕਦਾ? ਉਹਨੂੰ ਦੁੱਖ ਨਾ ਹੋਏ, ਡਰ ਨਾ ਹੋਏ, ਐਸੀ ਅਵਸਥਾ ਮੰਨਣ 'ਚ ਨਹੀਂ ਆਉਂਦੀ। ਮੇਰਾ ਮਨ ਨਹੀਂ ਮੰਨਦਾ। ਫਿਰ ਮਹਾਂਪੁਰਸ਼ਾਂ ਨੇ ਕਮਾਈ ਸੀ ਉਹਨਾਂ ਦੀ, 5 ਮਿੰਟ ਆਪਣੇ ਕੋਲ ਬਿਠਾ ਕੇ ਕਿਹਾ ਸੀ, ਵਾਹਿਗੁਰੂ 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 ਕਰੋ, ਸਾਡੇ ਪਿੱਛੇ ਪਿੱਛੇ ਬੋਲੀ ਜਾਓ। 5 ਮਿੰਟਾਂ ਦੇ ਵਿੱਚ ਕਾਇਆ ਕਲਪ ਕਰਦੀ ਸੀ। ਚਰਨੀ ਢਹਿ ਪਏ ਸਨ ਪ੍ਰਿੰਸੀਪਲ ਗੰਗਾ ਸਿੰਘ ਜੀ, ਬਹੁਤ ਵੱਡੇ ਵਿਦਵਾਨ ਸਾਡੀ ਕੌਮ ਦੇ ਹੋਏ ਨੇ। ਤਾਂ ਫਿਰ ਜਿੰਨਾ ਚਿਰ ਜਿਉਂਦੇ ਰਹੇ, ਜਦੋਂ ਵੀ ਉਹਨਾਂ ਨੂੰ ਕੋਈ ਮਿਲਦਾ ਸੀ, ਉਹਨਾਂ ਦੇ ਮੁਖ ਤੋਂ ਨਿਕਲਦਾ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਕਿ ਉਸ ਗੁਰਮੁਖ ਨੇ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ ਹੋਇਆ। ਸ਼ਲੋਕ, ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ। ਜਿਵੇਂ ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਇੱਥੇ ਵੀ ਹਜ਼ੂਰ ਬਚਨ ਫਰਮਾਉਂਦੇ ਨੇ, ਆਤਮ ਰਸ, ਅੰਤਰਾਤਮੇ ਟਿਕਣ ਦਾ ਰਸ, ਆਤਮ ਗਿਆਨ ਦਾ ਰਸ, ਸਿਮਰਨ ਭਜਨ ਦੁਆਰਾ ਜਿਹੜਾ ਆਤਮ ਰਸ, ਆਤਮਾ ਗਿਆਨ ਦਾ ਰਸ, ਉਹ ਪ੍ਰਾਪਤ ਹੁੰਦਾ ਹੈ। ਇਹ ਬਾਕੀ ਸੰਸਾਰ ਦੇ ਰਸਾਂ ਕਸਾਂ ਤੋਂ ਜੀਵ ਅੱਗੇ ਲੰਘ ਜਾਂਦਾ। ਜਿਸ ਨੇ ਇਸ ਆਤਮ ਰਸ ਨੂੰ ਜਾਣ ਲਿਆ ਹੈ, ਹਰ ਰੰਗ ਸਹਿਜੇ ਮਾਣ, ਹਰੀ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਨੂੰ ਉਹ ਸਹਿਜੇ ਮਾਨਸਿਕ ਡੋਲਤਾ ਵਾਲੀ ਅਵਸਥਾ 'ਚ ਪਹੁੰਚ ਕੇ ਮਾਣਦਾ ਹੈ। ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਅਤੇ ਜਿਨ੍ਹਾਂ ਨੇ ਇਹ ਰਸ ਨੂੰ ਜਾਣ ਲਿਆ ਹੈ ਅਤੇ ਹਰੀ ਦੇ ਪ੍ਰੇਮ ਰੰਗ ਨੂੰ ਸਹਿਜ ਅਵਸਥਾ 'ਚ ਮਾਣਦੇ ਪਏ ਨੇ, ਹਜ਼ੂਰ ਫਰਮਾਉਂਦੇ ਨੇ, ਇਸ ਦੁਨੀਆ ਵਿੱਚ ਪਹਿਲਾਂ ਵੀ ਆਏ ਹੋਏ ਧੰਨ ਸਨ, ਹੁਣ ਆਏ ਹੋਏ ਵੀ ਧੰਨ ਨੇ, ਆਉਣ ਵਾਲੇ ਸਮੇਂ 'ਚ ਵੀ ਜਿਹੜੇ ਆਉਣਗੇ ਉਹ ਧੰਨ ਜਨ ਸੇਵਕ ਹੋਣਗੇ ਵਾਹਿਗੁਰੂ ਦੇ, ਭਾਵ ਸਲਾਹੁਣ ਯੋਗ ਸਨ। ਪਿੱਛੇ ਵੀ ਜਿਹੜੇ ਬੰਦਗੀ ਵਾਲੇ ਸਨ, ਅੱਜ ਵੀ ਹਨ ਅਤੇ ਆਉਣ ਵਾਲੇ ਸਮੇਂ 'ਚ ਵੀ ਹੋਣਗੇ। ਆਏ ਤੇ ਪ੍ਰਵਾਨ, ਇਸ ਦੁਨੀਆ 'ਤੇ ਮਨੁੱਖਾ ਜਨਮ ਧਾਰ ਕੇ ਆਇਆ ਹੋਇਆ ਉਹਨਾਂ ਦਾ ਹੀ ਸਫਲਾ ਹੈ। ਉਹ ਆਏ ਹੋਏ ਪ੍ਰਵਾਨ ਹੀ ਹਨ, ਅਸਲ ਉਹ ਆਏ ਨੇ, ਬਾਕੀ ਤਾਂ ਐਵੇਂ ਹੀ ਨੇ, ਕਾਹਨੂੰ ਆਏ? ਪੌੜੀ ਹਜ਼ੂਰ ਫਰਮਾਉਂਦੇ ਨੇ, ਆਇਆ ਸਫਲ ਤਾਹੂ ਕੋ ਗਣੀਐ। ਇਸ ਦੁਨੀਆ 'ਤੇ ਆਇਆ ਹੋਇਆ ਸਫਲਾ ਉਸ ਦਾ ਹੀ ਗਣੀਏ। ਜਾਸ ਰਸਨ ਹਰ ਹਰ ਜਸ ਭਣੀਐ। ਜਾਸ ਜਿਸ ਦੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦੇ ਜਸ ਦਾ ਉਚਾਰਨ ਹੁੰਦਾ ਹੈ। ਭਣਨਾ ਮਹਿਣੇ ਉਚਾਰਨ ਕਰਨਾ, ਬੋਲਣਾ। ਆਏ ਬਸਹਿ ਸਾਧੂ ਕੈ ਸੰਗੇ। ਉਹ ਘਰੋਂ ਉੱਠ ਕੇ ਜਾਂ ਇੱਥੇ ਮਾਤ ਲੋਕ 'ਤੇ ਆ ਕੇ, ਵਾਹਿਗੁਰੂ ਦੇ ਦਰ ਤੋਂ ਇੱਥੇ ਮਾਤ ਲੋਕ 'ਤੇ ਜਦੋਂ ਆਏ ਅਤੇ ਆ ਕੇ ਵੱਸਦੇ ਹਨ ਸਾਧੂ ਸਤਿਗੁਰਾਂ ਦੇ ਸੰਗੇ ਸਾਥ। ਸਾਧੂ ਮਹਾਤਮਾ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਵੱਸਦੇ ਨੇ। ਆਨੰਦਨ ਨਾਮ ਧਿਆਵਹਿ ਰੰਗੇ। ਅਤੇ ਸਾਧੂਆਂ ਦੀ ਸੰਗਤ ਦਾ ਅਸਰ ਪ੍ਰਭਾਵ ਕੀ ਹੈ? ਉਹ ਫਿਰ ਰਾਤ ਦਿਨ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਨਾਮ ਧਿਆਉਂਦੇ ਹਨ। ਆਵਤ ਸੋ ਜਨ ਨਾਮੈ ਰਾਤਾ। ਉਹ ਜਨ ਇਸ ਦੁਨੀਆ 'ਤੇ ਆਉਂਦਾ ਹੋਇਆ ਹੀ, ਆਉਂਦਿਆਂ ਸਾਰ ਹੀ, ਜਨਮ ਲੈਂਦਿਆਂ ਸਾਰ ਹੀ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤਿਆ ਗਿਆ ਹੈ।
ਜਾ ਕਉ ਦਇਆ ਮਇਆ ਵਿਧਾਤਾ ਕੌਣ ਜੀ? ਜਿਸ ਦੇ ਉੱਪਰ ਵਿਧਾਤਾ ਕਰਮਾਂ ਅਨੁਸਾਰ ਫਲ ਭੁਗਤਾਉਣ ਵਾਲਾ, ਜੋ ਵਿਧਾਤਾ ਲੇਖ ਲਿਖਣ ਵਾਲਾ ਪਰਮੇਸ਼ਰ, ਉਸ ਦੀ ਦਇਆ ਤੇ ਮਇਆ ਮਿਹਰ ਹੈ। ਜਿਸ ਦੇ ਉੱਪਰ ਟੁੱਟ ਕੇ ਦਇਆ ਕਰਦਾ, ਆਪਣੀ ਮਿਹਰ ਵਰਸਾਉਂਦਾ ਹੈ, ਉਹ ਇਸ ਦੁਨੀਆ 'ਤੇ ਆ ਕੇ ਉਸ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ, ਰਤਿਆ ਜਾਂਦਾ। ਜਿਵੇਂ ਸੰਤ ਅਤਰ ਸਿੰਘ ਸਾਹਿਬ ਜੀ ਨੇ ਬਚਨ ਫਰਮਾਇਆ ਸੀ ਕਿ ਭਾਈ ਜਦੋਂ ਅਸੀਂ ਛੋਟੇ ਜਿਹੇ ਸੀ 4-5 ਸਾਲ ਦੇ, ਉਦੋਂ ਹੀ ਇਹ ਸਾਡੀ ਅਵਸਥਾ ਸੀ ਵੀ ਜਿੱਥੇ ਬੈਠੇ ਹਾਂ ਇੱਥੇ ਬੈਠੇ ਰਹੀਏ ਨਾਮ ਰਸ ਵਿੱਚ, ਸਰੀਰ ਦੇ ਦੁਆਲੇ ਭਾਵੇਂ ਵਰਮੀ ਬਣ ਜਾਏ, ਹਿੱਲੀਏ ਨਾ। ਸਾਨੂੰ ਜਗਤ ਦੇ ਧੰਦਿਆਂ ਨਾਲ, ਸੰਸਾਰ ਦੀ ਖੇਡ ਨਾਲ ਕੋਈ ਮਤਲਬ ਹੀ ਨਹੀਂ ਸੀ। ਇਸੇ ਤਰ੍ਹਾਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਸਨ। ਬਹੁਤ ਵਾਰੀ ਉਦਾਸ ਹੋ ਜਾਂਦੇ ਸੀ, ਦੁਨੀਆ ਤੋਂ ਚਲੇ ਜਾਣਾ ਪਸੰਦ ਕਰਦੇ ਸਨ, ਦੁਨੀਆ ਨਾਲ ਕੋਈ ਲਗਾਅ ਹੀ ਨਹੀਂ ਸੀ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਦਇਆ ਮਇਆ ਹੁੰਦੀ ਹੈ, ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਉਹਦਾ ਇੱਕੋ ਵਾਰੀ ਇਸ ਦੁਨੀਆ 'ਤੇ ਆਉਣਾ ਹੋਇਆ ਮਨੁੱਖਾ ਜਨਮ ਧਾਰ ਕੇ, ਜਿਹਨੇ ਬੰਦਗੀ ਕੀਤੀ ਹੈ। ਫਿਰ ਜੂਨ ਨਾ ਆਇਆ, ਫਿਰ ਦੁਬਾਰਾ ਉਹ ਜੂਨਾਂ ਵਿੱਚ, ਜਨਮਾਂ ਵਿੱਚ ਨਹੀਂ ਆਇਆ ਹੈ, ਬਾਰ-ਬਾਰ ਜਮ ਕੇ ਮਰਦਾ ਨਹੀਂ ਹੈ। ਨਾਨਕ ਹਰ ਕੈ ਦਰਸ ਸਮਾਇਆ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਉਹ ਵਿਅਕਤੀ ਹਰੀ ਪਰਮਾਤਮਾ ਦੇ ਦਰਸ਼ਨਾਂ ਵਿੱਚ ਹੀ ਲੀਨ ਹੋ ਗਿਆ ਹੈ, ਪਰਮਾਤਮਾ ਦੇ ਦਰਸ਼ਨਾਂ ਵਿੱਚ ਲੀਨ ਹੋ ਗਿਆ। ਜੋ ਸਰਬ ਵਿਆਪੀ ਬ੍ਰਹਮ ਹੈ, ਉਹਦੇ ਵਿੱਚ ਹੀ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸ਼ਲੋਕ, ਅਗਲਾ ਸ਼ਲੋਕ ਸਤਿਗੁਰੂ ਫਰਮਾਉਂਦੇ ਨੇ, ਯਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਵ। ਭਾਈ ਜਿਸ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਤੇ ਬਿਨਸ ਜਾਂਦਾ ਹੈ ਦੂਜਾ ਭਾਵ, ਸੰਸਾਰ ਦਾ ਪ੍ਰੇਮ, ਸੰਸਾਰ ਦਾ ਮੋਹ, ਮਾਇਆ ਦਾ ਮੋਹ ਬਿਨਸ ਜਾਂਦਾ ਹੈ। ਦੁੱਖ ਦਰਦ ਤ੍ਰਿਸ਼ਨਾ ਬੁਝੈ, ਤੇ ਜਿਸ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਜਿਹੜਾ ਦੁੱਖ ਹੈ ਜੰਮਣ ਮਰਨ ਦਾ, ਤੇ ਇਸੇ ਤਰ੍ਹਾਂ ਜਮਾਂ ਦੀਆਂ ਪੀੜਾਂ ਦਰਦਾਂ ਹਨ, ਇਹ ਤੇ ਤ੍ਰਿਸ਼ਨਾ ਜਿਹੜੀ ਵਿਕਾਰਾਂ ਦੀ ਹੈ ਬਿਨਸ ਜਾਂਦੀ ਹੈ। ਦੁੱਖ ਹੈ ਵਾਹਿਗੁਰੂ ਤੋਂ ਵਿਛੋੜੇ ਦਾ, ਇਹ ਵੀ ਬਿਨਸ ਜਾਂਦਾ। ਤੇ ਦਰਦਾਂ ਜਨਮਾਂ ਜਨਮਾਂਤਰਾਂ ਦੀਆਂ ਦਰਦਾਂ ਮਿਟ ਜਾਂਦੀਆਂ। ਤੇ ਜਿਹੜੀ ਲੰਮੇ ਸਮੇਂ ਤੋਂ ਤ੍ਰਿਸ਼ਨਾ ਅੰਦਰ ਚੰਬੜੀ ਹੋਈ ਹੈ, ਸਾੜਦੀ ਪਈ ਹੈ, ਤ੍ਰਿਸ਼ਨਾ ਬੁੱਝ ਜਾਂਦੀ ਹੈ। ਇਸ ਕਰਕੇ ਨਾਨਕ ਨਾਮ ਸਮਾਓ, ਐਸੇ ਪਰਮਾਤਮਾ ਦੇ ਨਾਮ ਵਿੱਚ ਹੀ ਸਮਾ ਜਾਓ, ਐਸੇ ਵਾਹਿਗੁਰੂ ਦੇ ਨਾਮ ਵਿੱਚ ਸਮਾ ਜਾਓ ਹੈ ਰੱਬ ਦੇ ਬੰਦੇ। ਪੌੜੀ, ਯਈਆ ਜਾਰੋ ਦੁਰਮਤ ਦੋ। ਹਜ਼ੂਰ ਕਹਿੰਦੇ ਨੇ ਯਈ ਅੱਖਰ ਦੁਆਰਾ ਉਪਦੇਸ਼ ਮਿਲਦਾ ਕਿ ਖੋਟੀ ਮੱਤ ਨੂੰ ਤੇ ਦੋ ਜਿਹੜਾ ਸੰਸਾਰ ਦਾ ਦੂਜਾ ਮੋਹ ਹੈ, ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨਾਲ ਜਿਹੜਾ ਲਗਾਓ ਹੈ, ਭਾਵ ਮਾਇਆ ਨਾਲ, ਇਹ ਦੋਵੇਂ ਸਾੜ ਦਿਓ। ਤੇ ਸਹਿ ਤਿਆਗ ਸੁਖ ਸਹਿਜੇ ਸੋ, ਇਹਨਾਂ ਨੂੰ ਛੱਡ ਕੇ ਦੋਵਾਂ ਨੂੰ, ਦਵੈਤ ਨੂੰ ਅਥਵਾ ਦੂਜੇ ਭਾਵ ਨੂੰ ਤੇ ਖੋਟੀ ਮੱਤ ਨੂੰ ਤਿਆਗ ਕੇ ਸੁਖ ਸਹਿਜੇ ਸੋ। ਮਾਨਸਿਕ ਅਡੋਲਤਾ ਤੇ ਆਤਮਿਕ ਸੁਖ ਦੇ ਵਿੱਚ ਸੌਣਾ ਹੋਵੇਗਾ, ਸਮਾਧੀ ਸ਼ਾਂਤੀ ਰੂਪੀ ਨੀਂਦ ਵਿੱਚ ਸੌਣਾ ਹੋਏਗਾ। ਯਈਆ ਜਾਏ ਪਰਹੁ ਸੰਤ ਸਰਨਾ, ਯਈਆ ਅੱਖਰ ਕਹਿੰਦਾ ਹੈ ਜਾਂ ਯਈਏ ਅੱਖਰ ਰਾਹੀਂ ਹਜ਼ੂਰ ਉਪਦੇਸ਼ ਦੇ ਰਹੇ ਨੇ, ਭਾਈ ਜਾ ਕੇ ਸੰਤ ਜਨਾਂ ਦੀ ਸ਼ਰਨ ਵਿੱਚ ਪੈ ਜਾਓ, ਸੰਤ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਓ। ਜੇ ਆਸਰ ਆ ਭਵਜਲ ਤਰਨਾ, ਜਿਸ ਸ਼ਰਨ ਦੇ ਆਸਰੇ ਹੋ ਕੇ ਇਹ ਜਿਹੜਾ ਭਵਜਲ ਸੰਸਾਰ ਹੈ, ਭਵਜਲ ਜਗਤ ਸੰਸਾਰ ਹੈ, ਗੋਰ ਬੋਹਿਤ ਨਾਮ ਤਰਾਏ, ਜਿੱਥੇ ਭਾਵ ਡਰਦਾ ਤੇ ਭਾਵ ਜੰਮਣ ਮਰਨ ਦਾ ਪਾਣੀ ਭਰਿਆ ਹੋਇਆ, ਇੱਥੋਂ ਤਰਨਾ ਹੋਵੇਗਾ। ਯਈਆ ਜਨਮ ਨਾ ਆਵੇ ਸੋ, ਯਈਆ ਅੱਖਰ ਕਹਿੰਦਾ ਹੈ ਕਿ ਉਹ ਫਿਰ ਵਿਅਕਤੀ ਦੁਬਾਰਾ ਜਨਮਾਂ 'ਚ ਨਹੀਂ ਆਉਂਦਾ ਹੈ। ਏਕ ਨਾਮ ਲੈ ਮਨਹਿ ਪ੍ਰੋ, ਜਿਹੜਾ ਇੱਕ ਵਾਹਿਗੁਰੂ ਦੇ ਨਾਮ ਨੂੰ ਸਤਿਗੁਰਾਂ ਪਾਸੋਂ ਪ੍ਰਾਪਤ ਕਰਕੇ ਆਪਣੇ ਮਨ ਵਿੱਚ ਪਰੋ ਲੈਂਦਾ ਹੈ। ਯਈਆ ਜਨਮ ਨਾ ਹਾਰੀਆ, ਸਵਾਸਾਂ ਦਾ ਧਾਗਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਮਣਕਾ ਹੈ। ਇਹ ਮੋਤੀ ਮਾਣਕ ਮੋਤੀ ਨਾਮ ਪ੍ਰਭ, ਇਹ ਸਤਿਗੁਰਾਂ ਦੇ ਪਾਸੋਂ ਨਾਮ ਲੈ ਕੇ ਹਿਰਦੇ ਸਵਾਸਾਂ ਰੂਪੀ ਧਾਗੇ ਵਿੱਚ ਪਰੋ ਲੈਂਦਾ। ਯਈਆ ਜਨਮ ਨਾ ਹਾਰੀਆ ਗੁਰ ਪੂਰੇ ਕੀ ਟੇਕ। ਹਜ਼ੂਰ ਫਰਮਾਉਂਦੇ ਨੇ ਭਾਈ ਪੂਰੇ ਗੁਰੂ ਦੀ ਟੇਕ ਲੈ ਲਈਏ ਤੇ ਫਿਰ ਮਨੁੱਖਾ ਜਨਮ ਵਿਅਰਥ ਨਹੀਂ ਗਵਾਈਦਾ। ਮਨੁੱਖਾ ਜਨਮ ਦਾ ਹਾਰ ਜਾਣਾ, ਵਿਸ਼ਿਆਂ ਵਿਕਾਰਾਂ ਦੀਆਂ ਕੌਡੀਆਂ ਬਦਲੇ ਹਾਰ ਜਾਣਾ, ਵਿਅਰਥ ਗਵਾਉਣਾ, ਇਹ ਨਹੀਂ ਫਿਰ ਹੋਵੇਗਾ। ਪੂਰੇ ਗੁਰਾਂ ਦੀ ਟੇਕ ਲੈ ਲਈਏ, ਸਹਾਰਾ ਲੈ ਲਈਏ, ਆਸਰਾ ਲੈ ਲਈਏ, ਫਿਰ ਜਨਮ ਨਹੀਂ ਹਾਰੀਦਾ।
ਨਾਨਕ ਤੇਹ ਸੁਖ ਪਾਇਆ ਜਾ ਕੈ ਹੀ ਅਰੈ ਏਕ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਭਾਈ ਤਿਸ ਪੁਰਸ਼ ਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਹੈ ਜਿਸ ਦੇ ਹੀਰਾ ਹਿਰਦੇ ਦੇ ਅੰਦਰ ਇੱਕ ਵਾਹਿਗੁਰੂ ਦਾ ਨਾਮ ਹੈ, ਜਿਹਦੇ ਹਿਰਦੇ 'ਚ ਇੱਕ ਦਾ ਪ੍ਰੇਮ ਹੈ ਨਾ, ਦੂਜਾ ਨਹੀਂ, ਦੂਜੀ ਮਾਇਆ ਜਗਤ ਚਿਤ ਵਾਸ ਇਹ ਨਹੀਂ ਹੈ ਉਹਨਾਂ ਦੇ ਮਨ 'ਤੇ, ਫਿਰ ਉਸਨੇ ਆਤਮਿਕ ਸੁਖ ਪਾਇਆ ਹੈ। ਸ਼ਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ। ਹਜ਼ੂਰ ਫਰਮਾਉਂਦੇ ਨੇ ਕਿ ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ ਵਸ ਰਹੇ ਹਨ ਜੋ ਇੱਥੇ ਉੱਥੇ ਦੇ ਮਿੱਤਰ ਹਨ ਵਾਹਿਗੁਰੂ ਜੀ। ਗੁਰ ਪੂਰਾ ਉਪਦੇਸਿਆ ਨਾਨਕ ਜਪੀਐ ਏਕ। ਇਹ ਪੂਰੇ ਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਵੀ ਮਨ ਤੇ ਤਨ ਦੇ ਅੰਦਰ ਇੱਥੋਂ ਉੱਥੋਂ ਦੇ ਮਿੱਤਰ ਵਾਹਿਗੁਰੂ ਜੀ ਵਸ ਰਹੇ ਨੇ। ਪੂਰਿਆਂ ਗੁਰਾਂ ਨੇ ਵਿਖਾਤਾ ਵਸਦਾ ਹੋਇਆ ਵਾਹਿਗੁਰੂ। ਇਸ ਕਰਕੇ ਨਾਨਕ ਜਪੀਐ ਏਕ। ਫਿਰ ਇਸ ਕਰਕੇ ਇੱਕ ਪਰਮਾਤਮਾ ਨੂੰ ਜਪੀਦਾ ਹੈ। ਨਾਨਕ ਜਪੀਐ ਨੀਤ। ਗੁਰ ਪੂਰਾ ਉਪਦੇਸਿਆ, ਮਾਫ ਕਰਨਾ, ਗੁਰ ਪੂਰਾ ਉਪਦੇਸਿਆ ਨਾਨਕ ਜਪੀਐ ਨੀਤ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਨਿਤ ਹੀ ਜਪੀਦਾ ਹੈ ਵਾਹਿਗੁਰੂ ਨੂੰ। ਪੌੜੀ ਅਨ ਦਿਨ ਸਿਮਰੋ ਤਾਸ ਕੋ। ਤਾਸ ਤਿਸ ਪਰਮਾਤਮਾ ਨੂੰ ਰਾਤ ਤੇ ਦਿਨੇ ਭਾਈ ਸਿਮਰੋ, ਯਾਦ ਕਰੋ, ਚੇਤੇ ਕਰੋ, ਜੋ ਅੰਤ ਸਹਾਈ ਹੋਏ, ਜਿਸ ਤੋਂ ਬਗੈਰ ਹੋਰ ਕੋਈ ਅੰਤ ਨੂੰ ਸਹਾਇਤਾ ਨਹੀਂ ਕਰੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਿਲ ਹੋਇਆ ਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਹਜ਼ੂਰ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਦਾ ਰਾਤ ਦਿਨੇ ਸਿਮਰਨ ਕਰਨਾ ਚਾਹੀਦਾ ਜੋ ਅੰਤ ਵੇਲੇ ਵੀ ਸਹਾਇਤਾ ਕਰਦਾ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇੱਥੇ ਵੀ ਸਹਾਇਤਾ ਕਰਦਾ ਵਾਹਿਗੁਰੂ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਬਦਲਿਆ ਨਾ ਜਾਈ। ਇਹ ਵਿਖਿਆ ਦਿਨ 4-6, ਇਹ ਜਿਹੜੀ ਵਿਖਿਆ ਮਾਇਆ ਹੈ, ਵਿਖਿਆ ਰੂਪ ਮਾਇਆ, ਇਸ ਕਰਕੇ ਇਹਨੂੰ ਵਿਖਿਆ ਕਿਹਾ ਜਾਂਦਾ ਹੈ। ਜੋ ਮਾਇਆ ਹੈ ਇਹ 4 ਕੁ ਦਿਨਾਂ ਦੀ ਪ੍ਰਾਹੁਣੀ, 6 ਕੁ ਦਿਨਾਂ ਦੀ ਪ੍ਰਾਹੁਣੀ। ਇਹਦਾ ਸੰਗ ਸਾਥ 4 ਤੇ 6 10 ਕੁ ਦਿਨ ਦਾ ਹੀ ਆ। ਭਾਵ ਥੋੜ੍ਹਾ ਵਿਤਾ ਜੀਵਨ ਹੈ ਸਾਡਾ। ਇਹ ਮਾਇਆ ਨਾਲ ਸੰਬੰਧ ਤੇ ਸਾਡਾ 4-6 ਦਿਨ 10 ਕੁ ਦਿਨ ਹੀ ਰਹੇਗਾ ਨਾ। ਛਾੜ ਚੱਲਿਓ ਸਭ ਕੋਏ। ਸਭ ਕੋਈ ਜਿੰਨੇ ਵੀ ਇਸ ਧਰਤੀ 'ਤੇ ਹੁਣ ਤੋਂ ਪਹਿਲਾਂ ਹੋਏ ਨੇ, ਸਭ ਕੋਈ ਛੱਡ ਕੇ ਚਲਿਆ ਗਿਆ, ਅਤੇ ਜਿਹੜੇ ਹੁਣ ਨੇ ਵੀ ਸਭ ਛੱਡ ਕੇ ਚਲੇ ਜਾਣਗੇ। ਸਿਕੰਦਰ ਬਾਦਸ਼ਾਹ ਵਰਗੇ ਨੇ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ। ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ दावत फिरत देश। बड़े बड़े राजन के द्रप को दलत हैं। मान से महीप और दलीप से के छत्र धारी। बड्डो अभिमान भुज दंड को करत हैं। दारा से दलीशर और दुर्योधन से मान धारी। भोग भोग भूम अंत भूम में मिलत हैं। सो इस प्रकार हजूर कहते ने भाई सारे लोग ਛਾੜ ਚੱਲਿਓ ਸਭ ਕੋਈ ਛੱਡ ਕੇ ਚਲਿਆ ਗਿਆ ਇੱਥੋਂ। ਕਾ ਕੋ ਮਾਤ ਪਿਤਾ ਸੁਤ ਧੀਆ। ਕਾ ਕੋ ਕਿਸ ਦੀ ਹੈ ਮਾਤਾ, ਕਿਸ ਦਾ ਹੈ ਪਿਤਾ, ਕਿਸ ਦਾ ਹੈ ਪੁੱਤਰ, ਕਿਸ ਦੀ ਹੈ ਧੀ। ਗ੍ਰਹਿ ਬਨਤਾ ਕਛ ਸੰਗ ਨ ਲੀਆ। ਇੱਥੋਂ ਤੱਕ ਕਿ ਘਰ ਬਨਤਾ ਇਸਤਰੀ ਜਾਂ ਘਰ ਵਿੱਚ ਰਹਿਣ ਵਾਲੀ ਘਰ ਵਾਲੀ ਇਸਤਰੀ ਆਪਣੀ ਧਰਮ ਪਤਨੀ, ਘਰ ਵਿੱਚੋਂ ਕੋਈ ਪਦਾਰਥ ਧਰਮ ਪਤਨੀ ਕੁਛ ਵੀ ਕਛ ਸੰਗ ਨ ਲੀਆ। ਕੁਛ ਵੀ ਸੰਗ ਨਹੀਂ ਲਿਆ ਮਨੁੱਖ ਨੇ ਇਸ ਦੁਨੀਆ ਤੋਂ ਜਾਣ ਲੱਗਿਆ। ਸਾਰਿਆਂ ਨਾਲੋਂ ਸੰਬੰਧ ਟੁੱਟ ਜਾਂਦਾ। ਐਸੀ ਸੰਚ ਜੋ ਬਿਨਸਤ ਨਾਹੀ। ਐਸੀ ਵਸਤੂ ਐਸਾ ਧਨ ਸੰਚ ਇਕੱਠਾ ਕਰ ਜੋ ਬਿਨਸਤ ਨਾਹੀ, ਜੋ ਕਦੇ ਵੀ ਨਹੀਂ ਬਿਨਸਦਾ, ਨਾਸ ਨਹੀਂ ਹੁੰਦਾ। ਭਗਤ ਕਬੀਰ ਜੀ ਨੂੰ ਇੱਕ ਸ਼ਾਹੂਕਾਰ ਨੇ ਕਿਹਾ ਵੀ ਕਬੀਰਾ ਭਗਤ ਹੈ ਤੂੰ, ਬੰਦਗੀ ਕਰਦਾ ਪਰ ਹੈ ਤੇਰੇ ਘਰ ਮੁਫਲਸ, ਗਰੀਬੀ ਛਾਈ ਹੋਈ। ਮੈਨੂੰ ਬੜਾ ਤਰਸ ਆਉਂਦਾ ਹੈ। ਤੂੰ ਇੰਝ ਕਰ, ਮੇਰੇ ਕੁਛ ਪੁਰਾਣੇ ਮਕਾਨ ਵਿਹਲੇ ਪਏ ਨੇ, ਪਰਿਵਾਰ ਸਮੇਤ ਉੱਥੇ ਆ ਰਹੋ। ਰੋਟੀ ਪਾਣੀ ਵੀ ਸਾਡੇ ਘਰੋਂ ਛਕ ਲਿਆ ਕਰਿਓ, ਕੱਪੜੇ ਲੱਤੇ ਵੀ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ, ਅਤੇ ਆ ਜਾਓ। ਕਿਉਂ ਐਵੇਂ ਗਰੀਬੀ 'ਚ ਦਿਨ ਕੱਟੀ ਕਰ ਰਹੇ ਹੋ? ਤਾਂ ਕਬੀਰ ਜੀ ਕਹਿਣ ਲੱਗੇ ਵੀ ਜੇ ਤਾਂ ਮੈਂ ਹੁੰਦਾ ਮੁਫਲਸ ਦਾ ਮਾਰਿਆ ਗਰੀਬੀ ਦਾ, ਫਿਰ ਤਾਂ ਮੈਂ ਤੇਰੇ ਘਰ ਆ ਜਾਂਦਾ। ਹੁਣ ਤੂੰ ਵੀ ਸ਼ਾਹੂਕਾਰ ਅਤੇ ਮੈਂ ਵੀ ਸ਼ਾਹੂਕਾਰ, ਅਤੇ ਮੈਂ ਤੇਰੇ ਘਰ ਕਿਵੇਂ ਆਵਾਂ? ਇੱਕ ਸ਼ਾਹੂਕਾਰ ਦੂਜੇ ਦਾ ਮਥਾਜ ਬਣਦਾ ਚੰਗਾ ਲੱਗਦਾ? ਉਹਨੂੰ ਸ਼ਰਮ ਆਉਂਦੀ ਹੈ।
ਤਾਂ ਉਹ ਸ਼ਾਹੂਕਾਰ ਹੱਥ 'ਤੇ ਹੱਥ ਮਾਰ ਕੇ ਹੱਸਿਆ, ਕਹਿਣ ਲੱਗਾ, ਕਬੀਰਾ ਜਿਵੇਂ ਸਮਾਨ ਦੇ ਕਲਾਪੇ ਮੇਲੀ ਜਾਂਦਾ, ਕਿੱਥੇ ਤੂੰ ਕਿੱਥੇ ਮੈਂ। ਤੂੰ ਮੁਫਲਸ ਦਾ ਮਾਰਿਆ ਹੋਇਆ, ਮੇਰੇ ਘਰ ਕਿਸੇ ਪਦਾਰਥ ਦੀ ਤੋਟ ਨਹੀਂ ਹੈ, ਮੇਰਾ ਨਾਮ ਹੈ ਦੁਨੀਆ ਤੇ ਦੁਨੀਆ ਜਾਣਦੀ ਹੈ ਵੀ ਸ਼ਾਹੂਕਾਰ ਲੱਖਪਤੀ। ਤਾਂ ਕਬੀਰ ਜੀ ਕਹਿਣ ਲੱਗੇ, ਸ਼ਾਹੂਕਾਰਾ ਜਿਹੜਾ ਤੇਰੇ ਕੋਲ ਧਨ ਹੈ ਉਹ ਦਿਖਾਈ ਤਾਂ ਦਿੰਦਾ, ਪਰ 4 ਦਿਨਾਂ ਦਾ ਪ੍ਰਾਹੁਣਾ। ਜਿਹੜਾ ਸਾਡੇ ਕੋਲ ਧਨ ਹੈ ਇਹ ਸਦੀਵੀ ਨਾਲ ਨਿਭਣ ਵਾਲਾ। ਕਹਿਣ ਲੱਗਾ, ਐਸਾ ਕਿਹੜਾ ਧਨ? ਤਾਂ ਕਬੀਰ ਜੀ ਕਹਿਣ ਲੱਗੇ, ਅਗਨ ਨਾ ਦਹਿ, ਜਿਹੜਾ ਮੇਰੇ ਹਿਰਦੇ 'ਚ ਰੱਬ ਦੇ ਨਾਮ ਦਾ ਧਨ ਆ ਉਹਨੂੰ ਅੱਗ ਨਹੀਂ ਸਾੜ ਸਕਦੀ। ਪਵਨ ਨਹੀਂ ਮਗਨ, ਹਵਾ ਉਡਾ ਨਹੀਂ ਸਕਦੀ, ਹਿਲਾ ਨਹੀਂ ਸਕਦੀ। ਤਸਕਰ ਨੇਰ ਨਾ ਆਵੇ, ਚੋਰ ਉਸ ਧਨ ਦੇ ਨੇੜੇ ਨਹੀਂ ਫੜਕ ਸਕਦਾ। ਚੋਰ ਦੀ ਕੀ ਪਾਇਆ, ਉਸ ਧਨ ਨੂੰ ਚੋਰੀ ਕਰ ਲੈ। ਰਾਮ ਨਾਮ ਧਨ ਕਰ ਸੰਚਾਉਨੀ, ਸ਼ਾਹੂਕਾਰਾ ਜੇ ਤੇਰੇ ਵੀ ਭਾਗ ਸਵੱਲੇ ਨੇ ਤਾਂ ਰਾਮ ਦੇ ਨਾਮ ਦਾ ਧਨ ਇਕੱਠਾ ਕਰ ਲਾ। ਸੋ ਧਨ ਕਤ ਹੀ ਨਾ ਜਾ, ਉਹ ਧਨ ਸਾਥ ਛੱਡ ਕੇ ਕਿਧਰੇ ਨਹੀਂ ਜਾਂਦਾ। ਸੋ ਧਨ ਕਤ ਹੀ ਨਾ ਜਾਵੇ, ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਤੇ ਸ਼ਾਹੂਕਾਰ ਨੂੰ ਵਿਚਾਰੇ ਨੂੰ ਕੀ ਪਤਾ ਸੀ, ਕਹਿਣ ਲੱਗਾ, ਕਬੀਰਾ ਇਸ ਧਨ ਨਾਲ ਕਿਹੜਾ ਸੁਖ ਮਿਲਦਾ? ਤਾਂ ਕਬੀਰ ਜੀ ਕਹਿਣ ਲੱਗੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਪ੍ਰਭੂ ਗੋਬਿੰਦ ਪਰਮਾਤਮਾ ਦੇ ਸਿਮਰਨ ਵਿੱਚੋਂ ਜਿਹੜਾ ਸੁਖ ਨਸੀਬ ਹੁੰਦਾ ਨਾ, ਜੀਵ ਦੇ ਹਿਰਦੇ 'ਚ ਪ੍ਰਗਟ ਹੁੰਦਾ, ਸੋ ਸੁਖ ਰਾਜ ਨਾ ਲਹੀਐ। ਤੂੰ ਤਾਂ ਇੱਕ ਸ਼ਾਹੂਕਾਰ ਆ ਨਾ ਮਾਮੂਲੀ, ਸਾਰੀ ਦੁਨੀਆ ਦਾ ਰਾਜ ਮਿਲ ਜੇ ਤੇ ਉਹ ਰਾਜ ਪ੍ਰਾਪਤ ਕਰਕੇ ਵੀ ਉਹ ਸੁਖ ਪ੍ਰਾਪਤ ਨਹੀਂ ਹੁੰਦਾ ਜਿਹੜਾ ਮੈਨੂੰ ਮਿਲਿਆ ਹੋਇਆ। ਇਸ ਧਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸੀ, ਮਨ ਮੁਕੰਦ ਜੇਬਾ ਨਾਰਾਇਣ ਪਰੈ ਨ ਜਮ ਕੀ ਫਾਸੀ। ਨਿਜ ਧਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ। ਜਲ ਤੇ ਅੰਬ ਸੜਦੇ ਹੋਏ ਹਿਰਦੇ ਵਾਸਤੇ ਇਹ ਨਾਮ ਜਲ ਦਾ ਕੰਮ ਕਰਦਾ, ਜਿਵੇਂ ਅੱਗ ਬੁਝਾ ਦਿੰਦਾ। ਜਲ ਤੇ ਅੰਬ ਥੰਬ ਮਨ ਧਾਵਤ, ਦੌੜ ਭੱਜ ਕਰਨ ਵਾਲੇ ਮਨ ਵਾਸਤੇ ਥੰਮਾ ਹੈ, ਟਿਕਾਉਣ ਵਾਲਾ, ਥੰਮਣ ਵਾਲਾ। ਭਰਮ ਬੰਧਨ ਭਉ ਭਾਗਾ, ਇਸ ਧਨ ਦੀ ਬਦੌਲਤ ਭਰਮ ਤੇ ਹੋਰ ਜੰਮਣ ਮਰਨ ਦੇ ਬੰਧਨ ਵਿਕਾਰਾਂ ਦੇ ਤੇ ਭਉ ਡਰ ਸਭ ਮਿਟ ਗਿਆ, ਨੱਠ ਗਿਆ ਨੇੜੇ। ਸੋ ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਦੁਨੀਆਦਾਰਾਂ ਦੇ ਸਾਹਮਣੇ ਤੇ ਗਰੀਬ ਹੀ ਰਹੇ ਨਾ, ਪਰ ਉਹ ਮਾਲਾ ਮਾਲ ਸਨ। ਸੋ ਇਸ ਪ੍ਰਕਾਰ ਹਜ਼ੂਰ ਇੱਥੇ ਫਰਮਾਉਂਦੇ ਨੇ, ਭਾਈ ਦੱਸੋ ਕੋਈ ਨਾਲ ਜਾਏਗਾ? ਹੋਰ ਨਹੀਂ, ਪਰ ਐਸੀ ਸੰਚ, ਐਸੀ ਸੰਪਤੀ ਇਕੱਠੀ ਕਰ ਜੋ ਬਿਨਸਤ ਨਾ ਹੀ, ਜੋ ਕਦੇ ਬਿਨਸਦੀ ਨਹੀਂ ਹੈ। ਪਤ ਸੇਤੀ ਆਪਣੇ ਘਰ ਜਾਹੀ, ਪਤ ਇੱਜ਼ਤ ਦੇ ਸਹਿਤ ਹੋ ਕੇ ਆਪਣੇ ਘਰ ਸੱਚਖੰਡ ਵਸੈ ਨਿਰੰਕਾਰ। ਵਾਹਿਗੁਰੂ ਦੇ ਦਰ 'ਤੇ, ਪਰਮਾਤਮਾ ਦੇ ਚਰਨਾਂ 'ਚ ਆਪਣਾ ਘਰ ਆ ਜਿਹੜਾ ਪਰਲੋਕ, ਉੱਥੇ ਚਲੇ ਜਾਈਦਾ। ਸਾਧ ਸੰਗ ਕਲ ਕੀਰਤਨ ਗਾਇਆ, ਕਲਯੁਗ ਦੇ ਸਮੇਂ ਅੰਦਰ ਸਾਧ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਵਾਹਿਗੁਰੂ ਦਾ ਜਸ ਗਾਇਆ ਹੈ, ਨਾਨਕ ਤੇ ਬਹੁਰ ਨਾ ਆਇਆ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਤੇ ਉਹ ਵਿਅਕਤੀ ਬਹੁਰ ਨਾ ਆਇਆ, ਬਹੁਰੋਂ ਫਿਰ ਦੁਬਾਰਾ ਜਨਮ 'ਚ ਨਹੀਂ ਆਇਆ, ਇਸ ਦੁਨੀਆ ਦੇ ਬੰਧਨਾਂ 'ਚ ਨਹੀਂ ਫਿਰ ਉਹ ਆਇਆ। ਸ਼ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਜਿਹੜਾ ਵਿਅਕਤੀ ਵੇਖਣ ਨੂੰ ਹੀ ਬੜਾ ਅਤਿਅੰਤ ਸੁੰਦਰ ਸਰੂਪ ਹੋਵੇ, ਆਮ ਤੌਰ 'ਤੇ ਫਰਾਂਸ ਦੇ ਲੋਕ ਜਾਂ ਜਰਮਨੀ ਦੇ ਬੜੇ ਸੁੰਦਰ ਮੰਨਦੇ ਨੇ। ਕੁਲੀਨ ਕਹਿੰਦੇ ਉੱਚੀ ਕੋਲ ਵਾਲਾ, ਜਿਵੇਂ ਬ੍ਰਾਹਮਣ ਆਪਣੇ ਆਪ ਨੂੰ ਉੱਚੀ ਕੋਲ ਵਾਲੇ ਮੰਨਦੇ ਨੇ, ਜਾਂ ਅੰਗਰੇਜ਼ ਲੋਕ। ਸੋ ਇਸੇ ਤਰ੍ਹਾਂ ਚਤੁਰ, ਬੜਾ ਵਾਕਾਂ ਦੇ ਬੋਲਣ ਵਿੱਚ ਵੀ, ਗੱਲਬਾਤ ਕਰਨ ਵਿੱਚ ਵੀ ਚਤੁਰ ਹੋਵੇ। ਅਤੇ ਇਸ ਪ੍ਰਕਾਰ ਜਿਵੇਂ ਇੰਗਲੈਂਡ ਵਾਲੇ ਜਿਹੜੇ ਬੜੇ ਚਤੁਰ ਮੰਨੇ ਗਏ ਨੇ, ਚਲਾਕ, ਮੁੱਖ ਗਿਆਨੀ, ਅਤੇ ਇੰਡੀਆ ਦੇ ਪੰਡਤ ਜਿਹੜੇ ਹਨ ਮੂੰਹ ਦੇ ਗਿਆਨੀ, ਮੁੱਖ ਗਿਆਨੀ, ਮੁੱਖ ਤੋਂ ਗਿਆਨ ਧਿਆਨ ਬੜਾ ਕਥਨ ਕਰਨ ਵਾਲੇ, ਅਤੇ ਧਨਵੰਤ ਜਿਹੜੇ ਅਮਰੀਕਾ ਵਾਲੇ ਬੜੇ ਅਮੀਰ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪਹਿਲੀ ਗੱਲ ਤੇ ਸਾਰੇ ਗੁਣ ਕਿਸੇ ਵਿਅਕਤੀ 'ਚ ਮਿਲਦੇ ਨੇ, ਭਾਵ ਇਹ ਸਾਰੀਆਂ ਚੀਜ਼ਾਂ ਇੱਕ ਵਿਅਕਤੀ ਨੂੰ ਨਹੀਂ ਪ੍ਰਾਪਤ। ਜੇ ਸੁੰਦਰ ਹੈ ਤੇ ਹੋ ਸਕਦਾ ਉੱਚੀ ਕੋਲ ਵਾਲਾ ਨਾ ਹੋਵੇ, ਉੱਚੀ ਕੋਲ ਵਾਲਾ ਤੇ ਹੋ ਸਕਦਾ ਸੁੰਦਰ ਨਾ ਹੋਵੇ, ਜਾਂ ਗਿਆਨੀ ਨਾ ਹੋਵੇ, ਜਾਂ ਧਨਾੜ ਨਾ ਹੋਵੇ। ਪਰ ਹਜ਼ੂਰ ਕਹਿੰਦੇ ਨੇ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਵਿਅਕਤੀ ਵਿੱਚ ਇਹ ਸਾਰੇ ਲੱਛਣ ਪਾਏ ਜਾਣ, ਅਤਿਅੰਤ ਸੁੰਦਰ ਸਰੂਪ ਹੋਵੇ ਦਿਸਣ ਨੂੰ, ਤੇ ਕੁਲੀਨ ਉੱਚੀ ਕੋਲ ਵਾਲਾ ਹੋਵੇ,
ਉਹਦੀ ਜਾਤ ਬੜੀ ਉੱਚੀ ਬਣੀ ਹੈ। ਜਿਵੇਂ ਮੁਸਲਮਾਨਾਂ 'ਚ ਸ਼ੇਖ ਅਤੇ ਸੈਦ, ਮੁਗਲ ਅਤੇ ਪਠਾਨ, ਇਹ 4 ਜਾਤਾਂ ਉੱਚੀਆਂ ਮੰਨੀਆਂ ਗਈਆਂ। ਜਾਂ ਹਿੰਦੁਸਤਾਨ 'ਚ ਬ੍ਰਾਹਮਣ ਆਪਣੇ ਆਪ ਨੂੰ ਅਤੇ ਖੱਤਰੀ ਬੜੇ ਉੱਚੇ ਮੰਨਦੇ ਨੇ। ਇਸ ਪ੍ਰਕਾਰ ਉੱਚੀ ਕੁਲ ਵਾਲਾ ਅਖਵਾਉਂਦਾ ਹੋਵੇ। ਸਤਿਗੁਰਾਂ ਨੇ ਨਹੀਂ ਕਿਸੇ ਕੁਲ ਨੂੰ ਉੱਚੀ ਕਿਹਾ। ਸ਼ੁਭ ਗੁਣਾਂ ਕਰਕੇ ਕੋਈ ਉੱਚਾ ਹੈ ਅਤੇ ਮਾੜੇ ਔਗੁਣਾਂ ਕਰਕੇ ਕੋਈ ਨੀਵਾਂ ਹੈ। ਕੋਈ ਜਾਤੀ ਕਰਕੇ ਉੱਚਾ ਸਤਿਗੁਰਾਂ ਨੇ ਨਹੀਂ ਮੰਨਿਆ। ਪਰ ਹਜ਼ੂਰ ਫਰਮਾਉਂਦੇ ਨੇ ਵੀ ਜੇ ਹੋਵੇ ਐਸਾ, ਚਤਰ ਵੀ ਹੋਵੇ, ਬੜਾ ਸਿਆਣਾ ਸਮਝਦਾਰ, ਬਚਨ ਬੋਲਣ ਵਿੱਚ ਬੜਾ ਚਤਰ ਹੋਏ, 4 ਬੰਦਿਆਂ 'ਚ ਖਲੋਤਾ ਗੱਲ ਕਰੇ ਅਤੇ ਉਹਦੀ ਗੱਲ ਕੋਈ ਰੱਦ ਨਾ ਕਰੇ। ਮੁੱਖ ਗਿਆਨੀ, ਮੂੰਹ ਦਾ ਮੁੱਖ ਦਾ ਗਿਆਨੀ ਹੋਵੇ। ਗਿਆਨੀ ਗੰਗੇ ਨਾਲ ਪਾਠ ਹੈ। ਧਨਵੰਤ ਅਤੇ ਧਨਾੜ, ਧਨ ਵਾਲਾ, ਸ਼ਾਹੂਕਾਰ ਵੀ ਬੜਾ ਹੋਵੇ। ਪਰ ਹਜ਼ੂਰ ਫਰਮਾਉਂਦੇ ਨੇ ਸਾਡੀ ਨਜ਼ਰ ਵਿੱਚ ਮ੍ਰਿਤਕ ਕਹੀ ਹੈ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਜਿਸ ਵਿਅਕਤੀ ਦੇ ਹਿਰਦੇ 'ਚ ਭਗਵੰਤ ਪਰਮਾਤਮਾ ਨਾਲ ਪ੍ਰੀਤ ਨਹੀਂ ਪੈਦਾ ਹੋਈ, ਬਾਕੀ ਇਹ ਸਾਰਾ ਕੁਝ ਉਹਦੇ ਕੋਲ ਹੈ, ਤਾਂ ਅਸੀਂ ਉਹਨੂੰ ਮੁਰਦੇ ਤੁੱਲ ਕਹਿੰਦੇ ਹਾਂ। ਮ੍ਰਿਤਕ ਕਹੀ ਹੈ ਨਾਨਕਾ, ਉਸ ਨੂੰ ਮੁਰਦਾ ਕਹੀਦਾ ਹੈ, ਉਹ ਮਰਿਆ ਹੋਇਆ। ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜਗ, ਜਿਤ ਰਾਮ ਨਾਮ ਨਹੀਂ ਵਸਿਆ। ਹਜ਼ੂਰ ਫਰਮਾਉਂਦੇ ਨੇ ਪੌੜੀ, ਗੰਗਾ ਖਟ ਸ਼ਾਸਤਰ ਹੋਏ ਗਿਆਤਾ। ਹਜ਼ੂਰ ਕਹਿੰਦੇ ਅਸੀਂ ਗੰਗੇ ਅੱਖਰ ਰਾਹੀਂ, ਗੰਗਾ ਜਿਹੜਾ ਅੱਖਰ ਹੈ ਇਹਦੇ ਰਾਹੀਂ ਉਪਦੇਸ਼ ਦਿੰਦੇ ਹਾਂ ਵੀ ਖਟ ਸ਼ਾਸਤਰਾਂ ਦਾ ਕੋਈ ਗਿਆਤਾ। ਖਟ ਨਾਮ 6 ਦਾ, ਜਿਵੇਂ ਗੌਤਮ ਜੀ ਦਾ ਅਤੇ ਕਪਲ ਮੁਨੀ ਦਾ, ਕਣਾਦ ਮੁਨੀ ਦਾ, ਇਸੇ ਤਰ੍ਹਾਂ ਪਤੰਜਲੀ ਦਾ, ਬਿਆਸ ਰਿਸ਼ੀ ਜੀ ਦਾ ਉਚਾਰਿਆ ਹੋਇਆ ਸ਼ਾਸਤਰ 6 ਸ਼ਾਸਤਰ ਨੇ। ਜਿਵੇਂ ਸਾਂਖ ਸ਼ਾਸਤਰ ਹੈ, ਇਸੇ ਤਰ੍ਹਾਂ ਵਿਸ਼ੇਸ਼ਕ ਹੈ, ਇਸੇ ਤਰ੍ਹਾਂ ਪੂਰਵ ਮੀਮਾਂਸਾ ਹੈ, ਇਸੇ ਪ੍ਰਕਾਰ ਯੋਗ ਹੈ, ਵਿਦਾਂਤ ਹੈ, ਇਤਿਆਦਿ ਕੇ ਜਿਹੜੇ ਮੁਨੀਆਂ ਦੇ ਸ਼ਾਸਤਰ ਉਚਾਰੇ ਹੋਏ ਨੇ। ਸੋ ਹਜ਼ੂਰ ਕਹਿੰਦੇ ਨਾ 6 ਸ਼ਾਸਤਰਾਂ ਦਾ ਗਿਆਤਾ ਹੋਵੇ, ਜਾਣਦਾ ਇਸ ਸਿਧਾਂਤ ਰੂਪ ਇਹਨਾਂ 'ਚ ਕੀ ਲਿਖਿਆ ਹੋਇਆ, ਸਾਰੀ ਸਮਝੋ। ਪੂਰਕ, ਕੁੰਭਕ, ਰੇਚਕ, ਕਰਮਾਤਾ ਅਤੇ ਜੋਗੀਆਂ ਵਾਲੇ ਕਰਮ ਵੀ ਕਰਦਾ ਹੋਵੇ, ਯੋਗ ਅਭਿਆਸ ਕਮਾਇਆ ਹੋਇਆ ਹੋਵੇ, ਅਤੇ ਪੂਰਕ ਸਵਾਸਾਂ ਨੂੰ ਪੂਰਨਾ ਉੱਪਰ ਚੜਾਉਣਾ 10ਵੇਂ ਦੁਆਰ 'ਚ, ਅਤੇ ਕੁੰਭਕ ਸਵਾਸਾਂ ਨੂੰ ਟਿਕਾਉਣਾ 10ਵੇਂ ਦੁਆਰ 'ਚ, ਅਤੇ ਰੇਚਕ ਉਤਾਰਨਾ ਸਵਾਸਾਂ ਨੂੰ। ਫਿਰ ਇਹ ਤਿੰਨੇ ਕੰਮ ਜਾਣਦਾ ਹੋਵੇ, ਇਹ ਕਰਮ ਕਮਾਉਂਦਾ ਹੋਵੇ, ਸਵਾਸਾਂ ਨੂੰ 10ਵੇਂ ਦੁਆਰ ਚੜਾਉਣਾ, ਠਹਿਰਾਉਣਾ ਅਤੇ ਉਤਾਰਨਾ। ਗਿਆਨ, ਧਿਆਨ, ਤੀਰਥ, ਇਸਨਾਨੀ ਗ੍ਰੰਥਾਂ 'ਚ ਲਿਖਿਆ ਹੋਇਆ ਗਿਆਨ ਵੀ ਉਹਨੇ ਪੜ੍ਹਿਆ ਹੋਵੇ ਅਤੇ ਧਿਆਨ, ਸਮਾਧੀ ਲਾਉਣੀ ਵੀ ਜਾਣਦਾ ਹੋਵੇ। ਜ਼ਬਰਦਸਤੀ ਹੱਠ ਕਰਕੇ ਸਮਾਧੀ ਲਾਉਣੀ, ਜਿਹੜਾ ਨੇਤਰਾਂ ਨੂੰ ਬੰਦ ਕਰਕੇ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਦਾ ਹੋਵੇ, ਇਸ ਤਰ੍ਹਾਂ ਦਾ ਧਿਆਨੀ ਹੋਵੇ। ਤੀਰਥ ਇਸ਼ਨਾਨੀ, ਅਤੇ ਸਾਰੇ ਤੀਰਥਾਂ 'ਤੇ ਇਸ਼ਨਾਨ ਕਰਨ ਵਾਲਾ ਤੀਰਥ ਇਸ਼ਨਾਨੀ ਹੋਵੇ। ਸੋਮ ਪਾਕ, ਅਪਰਸ ਉਦਿਆਨੀ। ਸੋਮਪਾਕੀ ਕੌਣ ਹੁੰਦੇ ਨੇ? ਸਵਯੰ ਖੁਦ ਪਾਕ ਰਸੋਈ ਸਿੱਧ ਕਰਨ ਵਾਲੇ। ਆਪਣੇ ਹੱਥੀਂ ਚੁੱਲ੍ਹਾ ਬਾਲ ਕੇ, ਪੋਚਾ ਪਾਚਾ ਦੇ ਕੇ, ਲੱਕੜੀਆਂ ਧੋ ਕੇ ਆਪਣੇ ਹੱਥੀਂ ਅੰਨ ਪਕਾ ਕੇ ਖਾਂਦੇ ਵੀ ਅਸੀਂ ਅੰਨ ਪਕਾਉਣਾ, ਕਿਸੇ ਦਾ ਪੱਕਿਆ ਨਹੀਂ ਖਾਣਾ। ਸੋਮ ਪਾਕ ਹੋਵੇ। ਅਪਰਸ, ਅਸ਼ੋ, ਕਿਸੇ ਦੇ ਨੇੜੇ ਨਾ ਲੱਗਦਾ ਹੋਵੇ। ਜਿਵੇਂ ਬ੍ਰਾਹਮਣ ਕਹਿੰਦੇ ਸ਼ੂਦਰਾਂ ਦੇ ਨੇੜੇ ਜਾਈ ਪੁੱਟੇ ਜਾਂਦੇ ਸੀ, ਇਸ ਪ੍ਰਕਾਰ ਦਾ ਸੋਮ ਪਾਕ ਵੀ ਹੁੰਦੇ ਨੇ ਅਤੇ ਅਪਰਸ ਵੀ ਹੁੰਦੇ ਨੇ। ਉਦਿਆਨੀ, ਜੰਗਲਾਂ 'ਚ ਰਹਿਣ ਵਾਲੇ, ਬੀਆਬਾਨ 'ਚ, ਇਸ ਤਰ੍ਹਾਂ ਦਾ ਵੀ ਵਿਅਕਤੀ ਹੋਵੇ। ਰਾਮ ਨਾਮ ਸੰਗ ਮਨ ਨਹੀਂ ਹਿੱਤਾ, ਪਰ ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਨਾਲ ਉਹਦੇ ਮਨ 'ਚ ਕੋਈ ਹੇਤ ਨਾ ਹੋਵੇ। ਜੋ ਕਛ ਕੀਨੋ ਸੋ ਅਨੇਤਾ, ਉਹਨੇ ਜੋ ਕੁਛ ਵੀ ਕੀਤਾ ਨਾ, ਸਾਰੇ ਕਰਮ ਜਿਹੜੇ ਪਿੱਛੇ ਦੱਸੇ ਨੇ, ਉਹ ਅਨੇਤਾ, ਵਿਅਰਥ ਨੇ। ਅਨੇਤਾ ਦਾ ਅਰਥ ਹੈ ਅਨਿਤ, ਭਾਵ ਨਿਤ ਨਾ ਰਹਿਣ ਵਾਲੇ, ਸਦੀਵੀ ਸਹਾਈ ਨਾ ਹੋਣ ਵਾਲੇ, ਭਾਵ ਵਿਅਰਥ ਨੇ। ਉਹ ਤੇ ਉੱਤਮ ਗਨੋ ਚੰਡਾਲਾ, ਐਸੇ ਵਿਅਕਤੀ ਨਾਲੋਂ ਉੱਤਮ ਗਿਣਦੇ ਹਾਂ ਕਿਸੇ ਚੰਡਾਲ ਵਿਅਕਤੀ ਨੂੰ, ਭਾਵ ਉਹਦੀ ਕੁਲ ਵੀ ਨਹੀਂ ਉੱਚੀ, ਉਹ ਗਿਆਨੀ ਵੀ ਨਹੀਂ ਹੈ, ਧਿਆਨੀ ਵੀ ਨਹੀਂ ਹੈ, ਸਵੰਪਾਕੀ ਵੀ ਨਹੀਂ ਹੈ, ਅਪਰਸ ਵੀ ਨਹੀਂ, ਜੰਗਲਾਂ 'ਚ ਰਹਿਣ ਵਾਲਾ ਵੀ ਨਹੀਂ। ਪਰ ਮਹਾਰਾਜ ਕਹਿੰਦੇ ਹੈਨ, ਭਾਵੇਂ ਉਹ ਹੈ ਵਿਅਕਤੀ ਚੰਡਾਲ, ਪਰ ਇਹ ਜਿਹੜੇ ਸਾਰੇ ਕਰਮ ਜਿਸ ਨੇ ਕੀਤੇ ਨੇ, ਉੱਚੀ ਕੁਲ ਦਾ ਵੀ, ਸੁੰਦਰ ਵੀ, ਗਿਆਨੀ ਵੀ, ਧਨਾੜ ਵੀ, ਉਹਦੇ ਨਾਲ ਉਸ ਚੰਡਾਲ ਨੂੰ ਅਸੀਂ ਉੱਤਮ ਗਿਣਦੇ ਹਾਂ। ਪਰ ਕਿਸ ਚੰਡਾਲ ਨੂੰ? ਨਾਨਕ ਜਿਹ ਮਨ ਬਸੈ ਗੋਪਾਲਾ, ਜਿਸ ਦੇ ਮਨ ਵਿੱਚ ਸ੍ਰਿਸ਼ਟੀ ਦੇ ਪਾਲਣਹਾਰ ਵਾਹਿਗੁਰੂ ਜੀ ਵਸਦੇ ਨੇ, ਜਿਸ ਦੇ ਮਨ 'ਚ ਸ੍ਰਿਸ਼ਟੀ ਨੂੰ ਪਾਲਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਵਸਦੇ ਨੇ, ਉਹ ਚੰਡਾਲ ਵੀ ਇਹੋ ਜਿਹੇ ਵਿਅਕਤੀਆਂ ਨਾਲੋਂ ਉੱਤਮ ਗਿਣਦੇ ਹਾਂ ਅਸੀਂ।
ਭਾਵ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਪ੍ਰਗਟ ਕਰ ਰਹੇ ਨੇ ਸਤਿਗੁਰੂ। ਭਈ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਕੋਈ ਵੀ ਵਿਅਕਤੀ ਬਹੁਤ ਉੱਚਾ ਹੋ ਜਾਂਦਾ ਹੈ। ਸ਼ਲੋਕ। ਕੁੰਟ ਚਾਰ ਦਹਿ ਦਿਸ ਭਰਮੇ ਕਰਮ ਕਿਰਤ ਕੀ ਰੇਖ। ਹਜ਼ੂਰ ਫਰਮਾਉਂਦੇ ਨੇ ਕਿ ਜਿਹੜੀ ਕਿਰਤ ਕਮਾਏ ਹੋਏ ਕਰਮਾਂ ਦੀ ਰੇਖਾ ਹੈ, ਕਿਰਤ ਕਮਾਏ ਹੋਏ ਕਰਮਾਂ ਦੀ ਰੇਖਾ ਭਾਵ ਸੰਸਕਾਰ ਅੰਦਰ ਪਿਆ ਹੋਇਆ ਜਾਂ ਮਸਤਕ ਤੇ ਰੇਖਾ ਲੇਖ ਲਿਖਿਆ ਹੋਇਆ, ਉਹਦੇ ਅਨੁਸਾਰ ਕੁੰਟ ਚਾਰ ਦੇ ਦਿਸ ਭਰਮੇ, ਚਾਰ ਕੁੰਟਾਂ ਹਨ, ਉੱਤਰ ਦੱਖਣ ਪੂਰਬ ਪੱਛਮ। ਅਤੇ ਜਦੋਂ 10 ਦਿਸ਼ਾ ਦਾ ਜ਼ਿਕਰ ਆਏ ਅਤੇ ਫਿਰ ਇਹਨਾਂ 4 ਦਿਸ਼ਾਵਾਂ ਦੀਆਂ ਜਿਹੜੀਆਂ 4 ਨੁਕਰਾਂ ਹਨ, ਨੈਰਤ ਕੋਣ ਹੈ, ਵਾਇਵੀ ਕੋਣ ਹੈ ਆਦਿਕ। ਸੋ ਇਸ ਪ੍ਰਕਾਰ ਇਹਨਾਂ 4 ਬਦਿਸ਼ਾ ਨੂੰ ਵਿੱਚ ਗਿਣ ਕੇ ਇੱਕ ਨਾਵੀਂ ਧਰਤੀ ਅਤੇ 10ਵਾਂ ਉੱਪਰ ਅਸਮਾਨ, ਇਹ 10 ਦਿਸ਼ਾ ਹਨ। 4 ਕੁੰਟਾਂ 4 ਖਾਣੀਆਂ, 10 ਦਿਸ਼ਾ 10 ਇੰਦਰੀਆਂ ਦੇ ਰਸਾਂ ਕਸਾਂ ਵਿੱਚ ਭਰਮੇ ਭਟਕੇ ਕਰਮਾਂ ਕੀਤੇ ਹੋਏ ਕਰਮਾਂ ਦੀ ਰੇਖਾ ਸੰਸਕਾਰ ਕਰਕੇ ਸੂਖ ਦੁਖ ਮੁਕਤ ਜਿਉਣ ਨਾਨਕ ਲਿਖਿਓ ਲੇਖ। ਜੋ ਕੁਝ ਕਰਮਾਂ ਦੀ ਕਿਰਤ ਹੈ ਅਤੇ ਉਹਦੇ ਅਨੁਸਾਰ ਸੰਸਕਾਰ ਪਏ ਹੋਏ ਨੇ, ਉਸੇ ਤਰ੍ਹਾਂ ਜੀਆਂ ਨਾਲ ਵਾਪਰਦਾ। ਅਤੇ ਜੇ ਚੰਗੇ ਕਰਮ ਕਮਾਏ ਤਾਂ ਸਰੀਰਕ ਸੁੱਖ ਹੈ, ਕੁਝ ਮੰਦੇ ਕਰਮ ਕਮਾਏ ਨੇ ਅਤੇ ਸਰੀਰਕ ਦੁੱਖ ਹੈ। ਸੋ ਇਸ ਤਰ੍ਹਾਂ ਹੀ ਕੋਈ ਭਗਤੀ ਵਾਲੇ ਕਰਮ ਕਰਨ ਜੀਵ ਤੇ ਮੁਕਤੀ ਹੋ ਜਾਂਦੀ ਹੈ, ਅਤੇ ਇਸੇ ਤਰ੍ਹਾਂ ਵਾਸ਼ਨਾ ਵਾਲੇ ਕਰਮ ਕਰਨ, ਵਾਸ਼ਨਾ 'ਚ ਰਚੇ ਹੋਏ ਅਤੇ ਫਿਰ ਜੂਨਾਂ 'ਚ ਫਸ ਜਾਂਦੇ। ਨਾਨਕ ਲਿਖਿਓ ਲੇਖ। ਇਹ ਜੋ ਕਰਮਾਂ ਦੀ ਕਿਰਤ ਕਮਾਈ ਉਹਦੇ ਅਨੁਸਾਰ ਹੀ ਪ੍ਰਮਾਤਮਾ ਨੇ ਮਸਤਕ 'ਤੇ ਲੇਖ ਲਿਖਿਆ ਹੋਇਆ, ਉਹ ਕੁਝ ਹੀ ਵਾਪਰਦਾ ਜੀਵ ਨਾਲ। ਇਸ ਕਰਕੇ ਚੰਗੇ ਕਰਮ ਮਤਲਬ ਕਮਾਉਣੇ ਚਾਹੀਦੇ ਨੇ। ਖਾਸ ਕਰਕੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਪਵੜੀ ਹਜ਼ੂਰ ਖੁਲਾਸਾ ਕਰਦੇ ਨੇ, ਕੱਕਾ ਕਾਰਨ ਕਰਤਾ ਸੋ। ਹਜ਼ੂਰ ਕਹਿੰਦੇ ਨੇ ਕੱਕਾ ਅੱਖਰ ਉਪਦੇਸ਼ ਦਿੰਦਾ ਹੈ, ਸਾਰੀ ਸ੍ਰਿਸ਼ਟੀ ਦਾ ਕਾਰਨ ਰੂਪ ਖੁਦ ਪਰਮਾਤਮਾ ਹੀ ਹੈ। ਉਹਨੇ ਇੱਛਾ ਕੀਤੀ ਜਗਤ ਰਚੀ ਹੈ, ਅਤੇ ਫਿਰ ਰਚਣ ਵਾਲਾ ਵੀ ਖੁਦ ਆਪ ਹੈ। 2 ਚੀਜ਼ਾਂ ਹੁੰਦੀਆਂ ਨੇ, ਇੱਕ ਕਰਤਾ ਰਚਣ ਵਾਲਾ, ਇੱਕ ਕਾਰਨ ਜਿਸ ਕਾਰਨ ਕਰਕੇ ਉਹਨੇ ਰਚਨਾ ਕੀਤੀ, ਅਤੇ ਇੱਕ ਕਾਰਜ ਹੈ ਸੰਸਾਰ। ਇਹਦਾ ਕਰਤਾ ਵੀ ਆਪ ਹੈ ਵਾਹਿਗੁਰੂ, ਅਤੇ ਕਾਰਨ ਰੂਪ ਵੀ ਆਪ ਹੀ ਹੈ। ਲਿਖਿਓ ਲੇਖ ਨਾ ਮੇਟ ਤਕੋ। ਉਸ ਪਰਮਾਤਮਾ ਦੀ ਕਲਮ ਤੋਂ ਲਿਖਿਆ ਹੋਇਆ ਜੋ ਮਸਤਕ ਲੇਖ ਹੈ, ਉਹਨੂੰ ਸ਼ਰੀਕ ਬਣ ਕੇ ਕੋਈ ਹੋਰ ਮੇਟਦਾ ਨਹੀਂ ਹੈ। ਪਰਮਾਤਮਾ ਦੇ ਹੁਕਮ 'ਚ ਦਖਲਅੰਦਾਜ਼ੀ ਕੋਈ ਨਹੀਂ ਕਰ ਸਕਦਾ। ਨਹੀਂ ਹੋਤ ਕਛ ਦੋ ਬਾਰਾ। ਕੋਈ ਵੀ ਕਰਮ ਪਰਮਾਤਮਾ ਕੋਲੋਂ 2 ਵਾਰੀ ਨਹੀਂ ਹੁੰਦਾ। ਮਤਲਬ ਕਿ ਇੱਕ ਕਰਮ ਕਰ ਦੇਵੇ ਕੋਈ ਅਤੇ ਉਹ ਗਲਤ ਹੋ ਜਾਏ ਅਤੇ ਉਹਨੂੰ ਮੇਟ ਕੇ ਦੁਬਾਰਾ ਠੀਕ ਕਰੇ, ਐਸਾ ਨਹੀਂ ਹੁੰਦਾ ਕੁਛ ਵੀ। ਉਹ ਜੋ ਕੁਛ ਕਰਦਾ ਸਹੀ ਕਰਦਾ। ਨਹੀਂ ਹੋਤ ਕਛ ਦੋ ਬਾਰਾ, 2 ਵਾਰੀ ਕੁਛ ਨਹੀਂ ਹੁੰਦਾ ਹੈ, ਕਿਉਂਕਿ ਕਰਨਾ ਹਾਰ ਨਾ ਭੁੱਲਣ ਹਾਰਾ। ਜੋ ਕਰਨਹਾਰ ਪਰਮਾਤਮਾ ਉਹ ਕਿਸੇ ਗੱਲੋਂ ਉਕਾਈ ਖਾਣ ਵਾਲਾ ਨਹੀਂ, ਉਹ ਖੁੰਝਣ ਵਾਲਾ ਨਹੀਂ, ਭੁੱਲਣ ਵਾਲਾ ਨਹੀਂ ਹੈ। ਕਾਹੂ ਪੰਥ ਦਿਖਾਰਾ ਆਪ। ਕਿਸੇ ਦੇ ਤਾਈਂ ਤੇ ਬਖਸ਼ਿਸ਼ ਕਰਕੇ ਆਪਣੀ ਪ੍ਰਾਪਤੀ ਦਾ ਪੰਥ ਰਸਤਾ ਵਿਖਾ ਦਿੰਦਾ ਹੈ। ਕਾਹੂ ਉਦਿਆਨ ਭ੍ਰਮਤ ਪਛਤਾਪੈ। ਅਤੇ ਕਾਹੂ ਕਿਸੇ ਵਿਅਕਤੀ ਨੂੰ ਉਦਿਆਨ ਸੰਸਾਰ ਰੂਪੀ ਜੰਗਲ ਦੇ ਵਿੱਚ ਭ੍ਰਮਤ ਭਟਕਾ ਦਿੰਦਾ ਹੈ, ਅਤੇ ਉਹ ਜੀਵ ਫਿਰ ਪਛਤਾਉਂਦਾ ਹੈ। ਆਪਨ ਖੇਲ ਆਪ ਹੀ ਕੀਨੋ। ਆਪਣਾ ਰਚਿਆ ਹੋਇਆ ਇਹ ਖੇਲ ਤਮਾਸ਼ਾ ਆਪ ਹੀ ਤੇ ਬਣਾਇਆ, ਆਪ ਹੀ ਕੀਤਾ ਸਾਰਾ ਕੁਝ। ਜੋ ਜੋ ਦੀਨੋ ਸੋ ਨਾਨਕ ਲੀਨੋ। ਜੋ ਜੋ ਉਸਨੇ ਦਿੱਤਾ ਹੈ ਜੀਆਂ ਨੂੰ, ਉਹ ਕੁਛ ਹੀ ਇਹਨਾਂ ਨੇ ਲਿਆ ਹੈ। ਜੋ ਪ੍ਰਮਾਤਮਾ ਨੇ ਦਿੱਤਾ ਨਹੀਂ ਹੈ, ਉਹ ਕਿਵੇਂ ਕੋਈ ਲੈ ਲਵੇਗਾ। ਵਾਹਿਗੁਰੂ ਦੀ ਰਜ਼ਾ ਤੋਂ ਬਗੈਰ ਕੋਈ ਕੁਛ ਨਹੀਂ ਪ੍ਰਾਪਤ ਕਰ ਸਕਦਾ। ਸ਼ਲੋਕ। ਸਤਿਗੁਰੂ ਜੀ ਅਗਲਾ ਸ਼ਲੋਕ ਉਚਾਰਦੇ ਨੇ ਵੀ ਖਾਤ ਖਰਚਤ ਬਿਲਸ਼ਤ ਰਹੇ ਟੂਟ ਨਾ ਜਾਹੇ ਭੰਡਾਰ। ਇਹ ਸਿਮਰਨ ਭਜਨ ਦਾ ਜਿਹੜਾ ਧਨ ਹੈ ਉਹਦੇ ਬਾਰੇ ਜ਼ਿਕਰ ਕਰ ਰਹੇ ਨੇ। ਜਿਹੜੇ ਵਿਅਕਤੀ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਆਪ ਉਹਦਾ ਫਲ ਖਾਂਦੇ ਹਨ ਅਤੇ ਖਰਚਦੇ ਹਨ, ਭਾਵ ਹੋਰਨਾਂ ਨੂੰ ਪ੍ਰੇਰਨਾ ਦਿੰਦੇ, ਵੰਡਦੇ ਹਨ। ਬਿਲਸ਼ਤ ਰਹੇ ਆਨੰਦ ਮਾਣਦੇ ਹਨ, ਇਸ ਦੇ ਰਸ ਨੂੰ ਆਪ ਮਾਣਦੇ ਹਨ। ਟੂਟ ਨਾ ਜਾਹੇ ਭੰਡਾਰ। ਇਹ ਭੰਡਾਰੇ ਟੁੱਟ ਨਹੀਂ ਜਾਂਦੇ, ਮਤਲਬ ਇਹਨਾਂ ਭੰਡਾਰਿਆਂ 'ਚ ਤੋਟਾ ਨਹੀਂ ਆਉਂਦੀ। ਜੋ ਵਾਹਿਗੁਰੂ ਦੇ ਭੰਡਾਰੇ ਹਨ, ਸਿਮਰਨ ਭਜਨ ਭਗਤੀ ਕਰਕੇ ਆਪਣੇ ਹਿਰਦਿਆਂ ਰੂਪੀ ਭੰਡਾਰਿਆਂ ਨੂੰ ਜਿਨ੍ਹਾਂ ਭਰ ਲਿਆ ਹੈ, ਉਹ ਭੰਡਾਰੇ ਟੁੱਟ ਨਹੀਂ ਜਾਂਦੇ ਹਨ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦੇ ਹਨ ਅਨੇਕਾਂ ਸੇਵਕ ਵਾਹਿਗੁਰੂ ਦੇ। ਹਜ਼ੂਰ ਕਹਿੰਦੇ ਉਹਨਾਂ ਦਾ ਸ਼ੁਮਾਰ ਗਿਣਤੀ ਨਹੀਂ ਅਸੀਂ ਕਰ ਸਕਦੇ।
ਜਿਵੇਂ ਸੋਦਰ ਦੀ ਪੌੜੀ ਜਪਜੀ ਸਾਹਿਬ 'ਚ ਕਿਹਾ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਗਾਵਹਿ ਤੋਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਕਿੰਨਾ ਕੁਛ ਗਿਣਿਆ ਹਜ਼ੂਰ ਨੇ। ਸੋ ਇਉਂ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦੇ ਹਨ ਅਨੇਕਾਂ ਜਨ ਸੇਵਕ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਦਾ ਕੋਈ ਸ਼ੁਮਾਰ ਗਿਣਤੀ ਮਿਣਤੀ ਨਹੀਂ ਹੈ। ਪੌੜੀ ਸਤਿਗੁਰੂ ਖੁਲਾਸਾ ਕਰਦੇ ਨੇ, ਖੱਖਾ ਖੂਨਾ ਕਛ ਨਹੀਂ, ਤਿਸ ਸਮਰੱਥ ਕੈ ਪਾਹੇ। ਖੱਖੇ ਅੱਖਰ ਰਾਹੀਂ ਉਪਦੇਸ਼ ਦਿੰਦੇ ਨੇ, ਖੂਨਾ ਊਣਾ ਮਤਲਬ ਅਧੂਰਾ, ਖਾਲੀ ਕੁਛ ਵੀ ਨਹੀਂ ਹੈ, ਤੇ ਸਮਰੱਥ ਦੇ ਪ੍ਰਮਾਤਮਾ ਦੇ ਪਾਸ ਕੁਛ ਵੀ ਅਧੂਣਾ ਨਹੀਂ, ਵਿਰਵਾ ਨਹੀਂ, ਕੋਈ ਘਾਟ ਨਹੀਂ ਜਾਣੀ। ਜੋ ਦੇਣਾ ਸੋ ਦੇ ਰਿਓ, ਭਾਵੈ ਤਹਿ ਤਹਿ ਜਾਏ। ਜੋ ਕੁਛ ਨੇ ਦੇਣਾ ਪ੍ਰਮਾਤਮਾ ਨੇ ਉਹ ਦੇ ਹੀ ਰਿਹਾ ਹੈ ਸਭ ਦੇ ਤਾਈਂ, ਤੇ ਭਾਵੈ ਤਹਿ ਤਹਿ, ਜਿੱਧਰ ਜਿੱਧਰ ਪ੍ਰਮਾਤਮਾ ਨੂੰ ਭਾਉਂਦਾ ਜੀਵ ਉਧਰ ਉਧਰ ਹੀ ਜਾਂਦੇ ਹਨ। ਅਥਵਾ ਭਾਵੈ ਤਹਿ ਤਹਿ ਜਾਏ, ਜੀਵਾਂ ਨੂੰ ਜਿੱਧਰ ਨੂੰ ਜਾਣਾ ਭਾਉਂਦਾ ਉਧਰ ਉਧਰ ਹੀ ਭਾਵੇਂ ਜਾਂਦੇ ਨੇ, ਪਰ ਜਿੱਧਰ ਮਰਜ਼ੀ ਭਾਉਂਦੇ ਫਿਰਨ, ਜੋ ਕੁਛ ਪ੍ਰਮਾਤਮਾ ਨੇ ਦੇਣਾ ਉਹ ਦੇ ਰਿਹਾ ਹੈ, ਆਪੇ ਨਹੀਂ ਕੁਛ ਕੋਈ ਪ੍ਰਾਪਤ ਕਰ ਸਕਦਾ। ਖਰਚ ਖਜ਼ਾਨਾ ਨਾਮ ਧਨ, ਇਹ ਭਗਤਨ ਕੀ ਰਾਸ। ਵਾਹਿਗੁਰੂ ਦੇ ਨਾਮ ਨੂੰ ਹੀ ਖਰਚਦੇ ਨੇ। ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਖਰਚਣ ਵਾਸਤੇ ਪੂੰਜੀ ਰਾਸ ਪੂੰਜੀ, ਅਗਲੇ ਜਹਾਨ 'ਚ ਤੋਸਾ ਨਾਲ ਜਾਣ ਵਾਲਾ, ਤੇ ਖਜ਼ਾਨਾ ਪਰਮੇਸ਼ਰ ਦੇ ਨਾਮ ਦਾ ਹੀ ਧਨ ਆ ਉਹਨਾਂ ਦੇ ਪਾਸ। ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਇਹ ਭਗਤਨ ਕੀ ਰਾਸ, ਭਗਤਾਂ ਦੀ ਇਹੋ ਹੀ ਰਾਸ ਪੂੰਜੀ, ਇਹੋ ਹੀ ਸਰਮਾਇਆ ਹੈ, ਲੋਕ ਪਰਲੋਕ ਵਿੱਚ ਸਾਥ ਦੇਣ ਵਾਲਾ। ਖਿਮਾ ਗਰੀਬੀ ਆਨੰਦ ਸਹਿਜ, ਜਪਤ ਰਹਿ ਹੈ ਗੁਣਤਾਸ। ਜਿਹੜੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਦਿਨੇ ਰਾਤ ਜਪਦੇ ਰਹਿੰਦੇ ਨੇ ਨਾ, ਉਹਨਾਂ ਦੇ ਹਿਰਦਿਆਂ ਦੇ ਅੰਦਰ ਇਹ ਗੁਣ ਵੀ ਨਾਲ ਆ ਜਾਂਦੇ ਨੇ। ਖਿਮਾ, ਕਿਸੇ ਦੀ ਕੀਤੀ ਵਧੀਕੀ ਨੂੰ ਜਰ ਲੈਣਾ ਬਲਕਿ ਮਾਫ ਕਰ ਦੇਣਾ, ਕਿਸੇ ਦੇ ਕੌੜੇ ਕਸੈਲੇ ਵਾਕ ਨੂੰ ਸੁਣ ਕੇ ਖਿਮਾ ਕਰ ਦੇਣਾ, ਕਿਉਂਕਿ ਬਹੁਤ ਵੱਡਾ ਹਿਰਦਾ ਗੰਭੀਰ ਹੁੰਦਾ ਉਹਨਾਂ ਦਾ, ਪ੍ਰਮਾਤਮਾ ਵਰਗਾ ਨਿਰਹੱਲ। ਕੋਈ ਅਸਰ ਨਹੀਂ ਪੈਂਦਾ ਕਿਸੇ ਦੀ ਨਿੰਦਿਆ ਦਾ, ਜਾਂ ਉਸਤਤ ਕੋਈ ਕਰੇ ਤੇ ਫੁੱਲ ਜਾਣ, ਐਸਾ ਕੋਈ ਅਸਰ ਨਹੀਂ ਪੈਂਦਾ। ਇਸ ਕਰਕੇ ਜੀਆਂ ਨੂੰ ਥੋੜ੍ਹ ਵਿਤੇ ਜਾਣ ਕੇ, ਅਗਿਆਨੀ ਜਾਣ ਕੇ, ਬੇਸਮਝ ਜਾਣ ਕੇ ਖਿਮਾ ਹੀ ਕਰ ਛੱਡ ਦਿੰਦੇ। ਅਤੇ ਗਰੀਬੀ ਨਿਮਰਤਾ ਵੀ ਬੜੀ ਉਹਨਾਂ ਦੇ ਅੰਦਰ ਹੁੰਦੀ ਹੈ। ਉਹ ਕਹਿੰਦੇ ਤੁੱਛ ਹੈ ਸਾਰਾ ਕੁਝ, ਸਰੀਰ ਕਿਆ ਅਸੀਂ ਕੀ, ਕੁਛ ਵੀ ਨਹੀਂ ਹੈ, ਸਭ ਕੁਝ ਪਰਮਾਤਮਾ ਹੀ ਹੈ। ਅਤੇ ਆਨੰਦ ਵੀ ਉਹਨਾਂ ਦੇ ਅੰਦਰ ਛਾਇਆ ਰਹਿੰਦਾ ਹੈ, ਅਤੇ ਸਹਿਜ ਮਾਨਸਿਕ ਅਡੋਲਤਾ ਹੈ। ਖਿਲ ਹੈ ਬਿਗਸੈ ਆਨੰਦ ਸਿਉ, ਜਾ ਕਾ ਹੋਤ ਕਿਰਪਾਲ। ਜਿਸ ਦੇ ਉੱਪਰ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਪਰਮਾਤਮਾ ਜੀ ਕਿਰਪਾਲੂ ਹੁੰਦੇ ਨੇ, ਉਹ ਖੇਲਦੇ ਹਨ ਖੇਡਾਂ ਪਰਮਾਤਮਾ ਦੇ ਨਾਲ। ਬਿਗਸਾ ਹੈ, ਖਿੜਦੇ ਹਨ, ਆਨੰਦ ਦੇ ਸਹਿਤ ਹੋਏ ਰਹਿੰਦੇ ਨੇ। ਆਨੰਦ ਦੇ ਸਹਿਤ ਖਿਲ ਹੈ, ਜੀਵਨ ਬਤੀਤ ਕਰਦੇ ਨੇ। ਬਿਗਸਦੇ ਹਨ ਅੰਦਰੋਂ, ਖਿੜ ਪ੍ਰਸੰਨ ਹੋਏ ਰਹਿੰਦੇ ਨੇ। ਸਦੀਵ ਗਨੀਵ ਸੁਹਾਵਨੇ, ਰਾਮ ਨਾਮ ਗ੍ਰਹਿ ਮਾਲ। ਜਿਨ੍ਹਾਂ ਦੇ ਹਿਰਦੇ ਰੂਪੀ ਗ੍ਰਹਿ ਘਰ ਦੇ ਅੰਦਰ ਰਾਮ ਰਵੇਂ ਹੋਏ ਪਰਮਾਤਮਾ ਦੇ ਨਾਮ ਦਾ ਮਾਲ ਜਮ੍ਹਾਂ ਹੋਇਆ, ਇਕੱਠਾ ਹੋਇਆ, ਧਨ ਇਕੱਠਾ ਹੋਇਆ, ਉਹ ਸਦੀਵ ਕਾਲ ਹਮੇਸ਼ਾ ਹੀ ਗਨੀਵ ਮੈਨੇ ਧਨਾੜ ਹਨ, ਸ਼ਾਹੂਕਾਰ ਹਨ, ਅਤੇ ਸੁਹਾਵਣੇ ਸ਼ੋਭਨੀਕ ਹਨ। ਇੱਕ ਤਾਂ ਬਾਹਰੀ ਸੁੰਦਰਤਾ ਹੁੰਦੀ ਹੈ, ਇੱਕ ਅੰਦਰਲੀ ਸੁੰਦਰਤਾ। ਉਹਨਾਂ ਨੇ ਆਪਣਾ ਅੰਦਰਲਾ ਜਿਹੜਾ ਹਿਰਦਾ ਉਹ ਸਵਾਰਿਆ ਹੋਇਆ, ਇਸ ਕਰਕੇ ਉਹ ਬੜੇ ਸੁਹਾਵਣੇ ਸ਼ੋਭਨੀਕ ਬਣ ਗਏ, ਸ਼ੋਭਾ ਵਾਲੇ ਬਣ ਗਏ। ਖੇਦ ਨਾ ਦੁੱਖ ਨਾ ਡਾਨ ਤੇ, ਜਾ ਕੋ ਨਜ਼ਰ ਕਰੀ। ਜਿਸ ਦੇ ਉੱਪਰ ਪਰਮਾਤਮਾ ਨੇ ਆਪਣੀ ਮਿਹਰ ਦੀ ਨਜ਼ਰ ਕੀਤੀ ਹੈ, ਉਹਦੇ ਹਿਰਦੇ 'ਚ ਕੋਈ ਖੇਦ ਅਫਸੋਸ ਨਹੀਂ ਵਿਆਪਦਾ, ਕੋਈ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ ਵਿਆਪਦਾ, ਕੋਈ ਦੁੱਖ ਨਹੀਂ, ਅਤੇ ਕੋਈ ਡੰਨ ਸਜ਼ਾ ਨਹੀਂ ਉਸਨੂੰ। ਇਹ ਨਹੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਡੰਨ ਸਮਝ ਕੇ ਕਰਦਾ, ਮਜਬੂਰੀ ਵਸ ਕਰਦਾ, ਐਸਾ ਨਹੀਂ ਹੈ। ਸੋ ਇਹ ਸੁਤੰਤਰ ਹੋ ਜਾਂਦਾ। ਨਾਨਕ ਜੋ ਪ੍ਰਭ ਭਾਣਿਆ, ਪੂਰੀ ਤਨਾ ਭਰੀ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜੋ ਪ੍ਰਭੂ ਪਰਮਾਤਮਾ ਦੇ ਭਾਣੇ ਵਿੱਚ ਚੱਲਦੇ ਨੇ ਨਾ, ਜਾਂ ਪਰਮਾਤਮਾ ਨੂੰ ਭਾਣਿਆ, ਭਾ ਗਿਆ ਜਿਹੜਾ, ਪੂਰੀ ਤਨਾ ਭਰੀ, ਉਹਨਾਂ ਦੀ ਪੂਰੀ ਪੈ ਗਈ, ਭਾਵ ਕਮਾਈ ਕੀਤੀ ਹੋਈ ਪੂਰੀ ਸਫਲੀ ਹੋ ਗਈ। ਸ਼ਲੋਕ। ਗਨਮਿਨ ਦੇਖੋ ਮਨੈ ਮਾਹੇ, ਗਿਣਤੀ ਕਰਕੇ, ਮਿਣਤੀ ਕਰਕੇ, ਤੋਲ ਮਿਣ ਕੇ ਵੇਖੋ ਆਪਣੇ ਮਨ ਦੇ ਅੰਦਰ, ਭਾਵ ਗਹੁ ਨਾਲ ਝਾਤੀ ਮਾਰ ਕੇ ਵੇਖੋ ਮਨ ਹੀ ਮਨ ਦੇ ਅੰਦਰ। ਸਰਪਰ ਚਲਨੋ ਲੋਕ, ਇਹ ਜਿਹੜਾ ਜਗਤ ਹੈ, ਇੱਥੋਂ ਸਰਪਰ ਜ਼ਰੂਰ ਬਰ ਜ਼ਰੂਰ ਸਾਰੇ ਲੋਕਾਂ ਨੇ, ਇਸ ਲਕਾਈ ਨੇ ਚੱਲਣਾ ਹੀ ਚੱਲਣਾ, ਚਲੇ ਜਾਣਾ ਵਾਰੀ ਵਾਰੀ। ਆਸ ਅਨਿਤ ਗੁਰਮੁਖ ਮਿਟੈ, ਨਾਨਕ ਨਾਮ ਅਰੋਗ। ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਰੋਗਾਂ ਤੋਂ ਰਹਿਤ ਕਰਨ ਵਾਲਾ ਹੈ।
ਅਰੋਗ ਕਰ ਦੇਣ ਵਾਲਾ ਹੈ। ਤੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਇਸ ਨਾਮ ਨੂੰ ਜਪਦਾ ਹੈ, ਉਸ ਗੁਰਮੁਖ ਦੇ ਹਿਰਦੇ 'ਚੋਂ ਅਨਿਤ ਨਿਤ ਨਾ ਰਹਿਣ ਵਾਲੀ ਨਾਸਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ। ਪੌੜੀ ਗੱਗਾ ਗੋਬਿੰਦ ਗੁਣ ਰਵੋ। ਹਜ਼ੂਰ ਕਹਿੰਦੇ ਨੇ ਗੱਗਾ ਅੱਖਰ ਉਪਦੇਸ਼ ਦਿੰਦਾ ਹੈ ਕਿ ਗੋਬਿੰਦ ਪਰਮਾਤਮਾ ਦੇ ਗੁਣਾਂ ਨੂੰ ਰਵੋ, ਉਚਾਰਨ ਕਰੋ, ਭਾਵ ਰੱਬ ਦੇ ਗੁਣ ਗਾਓ। ਸਾਸ ਸਾਸ ਜਪ ਨੀਤ, ਨਿਤ ਹੀ ਆਉਂਦੇ ਜਾਂਦੇ ਸਾਹ ਸਾਹ ਨਾਲ ਵਾਹਿਗੁਰੂ ਦਾ ਨਾਮ ਜਪੋ। ਕਹਾ ਬਿਸਾਸਾ ਦੇਹ ਕਾ, ਇਸ ਦੇਹ ਸਰੀਰ ਦਾ ਕਿਆ ਪ੍ਰਭਾਸਾ ਇਸ ਤਨ ਕਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਤਨਕ ਲਾਗੈ ਠਨਕਾ, ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਇੱਥੇ ਵੀ ਕਹਿ ਰਹੇ ਨੇ ਕਹਾਂ ਬਿਸਾਸਾ ਦੇਹ ਕਾ। ਭਾਈ ਇਹ ਜਿਹੜੀ ਕਾਇਆ ਸਾਨੂੰ ਪ੍ਰਾਪਤ ਹੋਈ ਦੇਹੀ ਸਰੀਰ, ਇਹਦਾ ਕੀ ਵਿਸਾਹ ਹੈ, ਕੀ ਇਤਬਾਰ ਹੈ ਕਿ ਕਿੰਨਾ ਕੁ ਚਿਰ ਰਹੇਗੀ। ਬਿਲਮ ਨਾ ਕਰੇ ਉਮੀਦ। ਹੇ ਮਿੱਤਰੋ, ਬਿਲਮ ਦੇਰੀ ਨਾ ਕਰੋ ਵਾਹਿਗੁਰੂ ਦਾ ਭਜਨ ਕਰਨ ਵਿੱਚ। ਨਹਿ ਬਾਰਕ ਨਹਿ ਜੋਬ ਨਹਿ ਬਿਰਧੀ ਕਸ਼ ਬੰਧ। ਕਿਸੇ ਅਵਸਥਾ ਦੇ ਅੱਗੇ ਵੀ ਬੰਨ ਨਹੀਂ ਲੱਗਾ ਹੋਇਆ, ਬੰਨ ਨਹੀਂ ਲੱਗਾ ਹੋਇਆ, ਭਾਵ ਕੋਈ ਕੰਧ ਨਹੀਂ ਕੱਢੀ ਹੋਈ। ਨਾ ਬਾਲਕ ਅਵਸਥਾ ਵਿੱਚ ਕਿ ਇਹ ਦੇਹ ਖਤਮ ਨਹੀਂ ਹੋਵੇਗੀ, ਐਸੀ ਕੋਈ ਕੰਧ ਨਹੀਂ ਹੈ ਜਿਹੜੀ ਮੌਤ ਨੂੰ ਰੋਕ ਸਕੇ। ਨਾ ਜੋਬਨ, ਨਾ ਜਵਾਨੀ ਵਿੱਚ ਹੀ, ਨਾ ਬਿਰਧੀ, ਨਾ ਬਜ਼ੁਰਗ ਅਵਸਥਾ ਵਿੱਚ। ਸੋ ਇਸ ਪ੍ਰਕਾਰ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਨਾਨਕ ਨਿਫਲ ਜਾਤ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਇਹ ਨਿਸਫਲ ਹੈ ਤਿੰਨੇ ਅਵਸਥਾ। ਉਹ ਬੇਰਾ ਨੇ ਬੂਝੀਆ ਜੋ ਆਏ ਪਰੈ ਜਮਫੰਦ। ਉਹ ਬੇਰਾ ਵੇਲਾ ਘੜੀ ਨਹੀਂ ਬੁੱਝੀ ਜਾਂਦੀ, ਨਹੀਂ ਸਮਝ ਆਉਂਦੀ, ਜਦੋਂ ਆ ਕੇ ਜਮਾਂ ਦਾ ਰੱਸਾ ਗਲ 'ਚ ਪੈ ਜਾਂਦਾ। ਜਮ ਜਦੋਂ ਆ ਫਾਹੀ ਪਾਉਂਦਾ ਹੈ, ਉਹ ਵੇਲਾ ਬੁੱਝਿਆ ਨਹੀਂ ਜਾਂਦਾ ਸੰਸਾਰੀਆਂ ਕੋਲੋਂ ਵੀ ਕਦੋਂ ਆਉਣਾ। 1 ਮਿੰਟ ਸੈਕਿੰਡ ਲੱਗਦਾ। ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਏਠਾ। ਭਾਈ ਅੰਦਰਲੀਆਂ ਅੱਖਾਂ ਖੋਲ੍ਹ ਕੇ ਵੇਖ, ਬੜੇ ਬੜੇ ਗਿਆਨਵਾਨ, ਬੜੀ ਬੜੀ ਵਿਦਿਆ ਪੜ੍ਹੀ ਹੋਈ, ਬੜੀ ਬੜੀ ਜਾਣਕਾਰੀ ਵਾਲੇ, ਬੜੇ ਬੜੇ ਧਿਆਨੀ ਲੋਕ, ਧਿਆਨ ਸਮਾਧੀਆਂ ਲਾਉਣ ਵਾਲੇ, ਬੜੇ ਬੜੇ ਚਤੁਰ ਦਾਨੇ ਵੇਖ ਲੈ, ਰਹਿਣ ਨਹੀਂ ਇਹ ਠਾਏ। ਕਿਸੇ ਨੂੰ ਰਹਿਣਾ ਨਹੀਂ ਮਿਲਿਆ ਇਹ ਠਾਏ ਇਸ ਥਾਂ 'ਤੇ। ਮਾਤ ਲੋਕ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ। ਬਿਨਸਤ ਬਾਰ ਨਾ ਲਾਗੇ ਜਿਉਂ ਕਾਗਦ ਬੂੰਦਾਰ। ਛਾੜ ਛਾੜ ਸਗਲੀ ਗਈ, ਛੱਡ ਛੱਡ ਕੇ ਸਾਰੀ ਸ੍ਰਿਸ਼ਟੀ ਦੇ ਜੀਵ, ਸਾਰੀ ਦੁਨੀਆ ਚਲੀ ਗਈ, ਇੱਥੋਂ ਜਾ ਰਹੀ ਹੈ। ਮੂੜ ਤਾਹਾਂ ਲਪਟਾ ਹੈ, ਜਿਹੜਾ ਇੱਥੋਂ ਛੱਡ ਕੇ ਜਾਣ ਵਾਲੀਆਂ ਜਿੰਨੀਆਂ ਵਸਤਾਂ ਹਨ, ਵਸਤੂਆਂ ਨਾਲ ਜਿਹੜਾ ਲੰਪਟ ਹੋ ਰਿਹਾ, ਚੰਬੜ ਰਿਹਾ ਹੈ, ਉਹ ਮੂੜ ਮੂਰਖ ਹੀ ਆ ਨਾ। ਫਿਰ ਮੂੜ ਮੂਰਖ ਹੋ ਕੇ ਜੀਵ ਇਹਨਾਂ ਵਸਤੂਆਂ ਨਾਲ ਚੰਬੜ ਰਿਹਾ ਹੈ। ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ। ਸਤਿਗੁਰੂ ਫਰਮਾਉਂਦੇ ਨੇ ਵੀ ਜਿਸ ਦੇ ਮਸਤਕ ਦੇ ਮੱਥੇ 'ਤੇ ਭਾਗ ਸਵੱਲੇ ਹਨ, ਉਹ ਗੁਰੂ ਦੀ ਕਿਰਪਾ ਵਾਲਾ ਵਾਹਿਗੁਰੂ ਦੇ ਸਿਮਰਨ ਨੂੰ ਕਰਦਾ ਰਹਿੰਦਾ, ਪਰਮਾਤਮਾ ਨੂੰ ਸਿਮਰਦਾ ਰਹਿੰਦਾ ਸਾਰੀ ਜ਼ਿੰਦਗੀ। ਨਾਨਕ ਆਏ ਸਫਲ। ਤੇ ਹਜ਼ੂਰ ਕਹਿੰਦੇ ਨੇ ਸਤਿਗੁਰੂ ਅਰਜਨ ਦੇਵ ਜੀ, ਭਾਈ ਉਹਨਾਂ ਦਾ ਹੀ ਆਇਆ ਹੋਇਆ ਦੁਨੀਆ 'ਤੇ ਸਫਲਾ, ਉਹੀ ਦੁਨੀਆ 'ਤੇ ਆਏ ਪ੍ਰਵਾਨਿਕ ਸਫਲੇ ਹਨ। ਜਾਂ ਕੋ ਪ੍ਰਿਹ ਸੁਹਾਗ, ਜਿਨ੍ਹਾਂ ਦੇ ਤਾਈਂ ਫਿਰ ਪਿਆਰਾ ਪਰਮਾਤਮਾ ਸੁਹਾਗ ਰੂਪ ਵਿੱਚ ਪ੍ਰਾਪਤ ਹੋਇਆ, ਪਤੀ ਰੂਪ ਵਿੱਚ ਮਿਲ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਇਸਤਰੀਆਂ ਬਣਾ ਲਿਆ ਤੇ ਅਕਾਲ ਮੂਰਤ ਵਰ ਪਾਇਆ ਵਿਨਾਸੀ, ਨਾ ਕਦੇ ਮਰਿਆ ਨਾ ਜਾਇਆ। ਐਸੇ ਵਾਹਿਗੁਰੂ ਨੂੰ ਸੁਹਾਗ ਭਾਗ ਦੇ ਰੂਪ ਜਿਨ੍ਹਾਂ ਪ੍ਰਾਪਤ ਕਰ ਲਿਆ, ਉਹੀ ਆਏ ਸਫਲੇ ਹਨ। ਸ਼ਲੋਕ ਹਜ਼ੂਰ ਫਰਮਾਉਂਦੇ ਨੇ, ਘੋਖੇ ਸ਼ਾਸਤਰ ਵੇਦ ਸਭ ਆਨ ਨ ਕਥਤੋ ਕੋਏ। ਸਾਰੇ ਸ਼ਾਸਤਰ ਛੇ ਦੇ ਛੇ ਤੇ ਚਾਰੇ ਵੇਦ ਸਭ, ਬਾਕੀ ਵੀ ਸਾਰੇ ਗ੍ਰੰਥ ਕਹਿੰਦੇ ਅਸੀਂ ਘੋਖੇ ਹਨ, ਪੜਤਾਲੇ ਹਨ, ਗਹੁ ਨਾਲ ਵਿਚਾਰੇ ਹਨ, ਖੋਜੇ ਹਨ। ਆਨ ਨ ਕਥਤੋ ਕੋਈ, ਉਹਨਾਂ ਵਿੱਚੋਂ ਕੋਈ ਵੀ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਨੂੰ ਸਮਰੱਥਾਵਾਨ ਨਹੀਂ ਕਹਿੰਦਾ। ਕਥਤੋ ਕਿਸੇ ਹੋਰ ਹਸਤੀ ਨੂੰ ਨਹੀਂ ਕਥਨ ਕਰਦੇ ਕਿ ਉਹ ਹੋਰ ਵੀ ਕੋਈ ਹੈ ਪਰਮਾਤਮਾ ਤੋਂ ਭਿੰਨ, ਦੂਜਾ ਕੋਈ ਸ਼ਰੀਕ ਨਹੀਂ। ਆਦਿ ਜੁਗਾਦੀ ਹੁਣ ਹੋਵਤ। ਆਦ ਸ੍ਰਿਸ਼ਟੀ ਦੇ ਮੁੱਢ ਵਿੱਚ, ਯੁੱਗਾਂ ਦੇ ਆਦ ਮੁੱਢ ਵਿੱਚ, ਤੇ ਹੁਣ ਇਸ ਵੇਲੇ, ਤੇ ਹੋਵਤ ਆਉਣ ਵਾਲੇ ਸਮੇਂ ਵਿੱਚ ਵੀ, ਨਾਨਕ ਇੱਕ ਐ ਸੋਏ। ਹਜ਼ੂਰ ਫਰਮਾਉਂਦੇ ਨੇ ਇੱਕੋ ਇੱਕ ਹੀ ਰਹੇਗਾ, ਉਹੀ ਪਰਮਾਤਮਾ, ਕੋਈ ਉਹਦੇ ਵਰਗਾ ਦੂਜਾ ਹੋਰ ਨਹੀਂ ਬਣ ਜਾਣਾ। ਪੌੜੀ ਸਤਿਗੁਰੂ ਪੌੜੀ ਵਿੱਚ ਖੁਲਾਸਾ ਕਰਦੇ ਨੇ, ਘੱਗਾ ਘਾਲੋ ਮਨਹਿ ਇਹ। ਘੱਗਾ ਅੱਖਰ ਉਪਦੇਸ਼ ਦਿੰਦਾ, ਜਾਂ ਘੱਗੇ ਅੱਖਰ ਰਾਹੀਂ ਸਤਿਗੁਰੂ ਬਚਨ ਫਰਮਾ ਰਹੇ ਨੇ ਭਈ ਆਪਣੇ ਮਨ ਦੇ ਅੰਦਰ ਇਹ ਗੱਲ ਘਾਲੋ, ਵਾੜ ਲਓ,
ਆਪਣੇ ਮਨ ਦੇ ਅੰਦਰ ਇਹ ਗੱਲ ਵਸਾ ਲਓ, ਬਿਨ ਹਰ ਦੂਸਰ ਨਾ ਹੈ। ਹਰੀ ਅਕਾਲ ਪੁਰਖ ਤੋਂ ਬਗੈਰ ਹੋਰ ਦੂਜਾ ਕੋਈ ਸਮਰੱਥਾਵਾਨ, ਉਹਦੇ ਵਰਗਾ ਹੋਰ ਕੋਈ ਦੂਜਾ ਉਹਦਾ ਸ਼ਰੀਕ ਨਹੀਂ ਹੈ। ਨਹਿ ਹੋਵਾ ਨਹਿ ਹੋਵਨਾ, ਨਾ ਤਾਂ ਹੁਣ ਤੱਕ ਹੋਇਆ ਹੈ ਤੇ ਨਾ ਹੋਣਾ ਹੀ ਆਉਣ ਵਾਲੇ ਸਮੇਂ 'ਚ। ਜਤ ਕਤ ਉਹੀ ਸਮਾ ਹੈ, ਜਿੱਧਰ ਕਿੱਧਰ ਉਹੀ ਪਰਮਾਤਮਾ ਜੀ ਹੀ ਸਮਾ ਰਹੇ ਹਨ। ਭੂਲੈ ਤਉ ਮਨ ਜੋ ਆਵੈ ਸਰਨਾ, ਹੇ ਮਨਾ ਤੂੰ ਭੂਲੈ, ਘੁਲ ਮਿਲ ਜਾਏਗਾ, ਭਿੱਜ ਜਾਏਗਾ ਤਾਂ ਜੇ ਤੂੰ ਸ਼ਰਨ ਵਿੱਚ ਆ ਜਾਏ ਤਾਂ। ਦੂਜਾ ਘੂਲੇ ਦਾ ਅਰਥ ਹੈ ਘੁਲਣਾ ਦਾ ਮਤਲਬ ਹੈ ਛੁਟਕਾਰਾ ਹੋਣਾ, ਛੁੱਟ ਜਾਣਾ। ਹੇ ਮਨਾ ਤੂੰ ਤਾਂ ਹੀ ਛੁੱਟੇਗਾ ਜੇਕਰ ਤੂੰ ਆ ਜਾਵੇਂ ਵਾਹਿਗੁਰੂ ਦੀ ਸ਼ਰਨ ਵਿੱਚ। ਨਾਮ ਤਤ ਕਲ ਮਹਿ ਪੁਨਹ ਚਰਨਾ, ਕਲਯੁਗ ਦੇ ਸਮੇਂ ਅੰਦਰ ਸਾਰੇ ਪਾਪਾਂ ਨੂੰ ਬਖਸ਼ਾਉਣ ਵਾਲਾ ਪੁਨਹ ਚਰਨ, ਪੁਨਹ ਆਚਰਣ, ਇਹ ਦੋ ਸ਼ਬਦਾਂ ਦੀ ਸੰਧੀ ਹੋਈ ਹੈ। ਕੀਤੇ ਹੋਏ ਕਰਮ ਪਾਪ ਕਰਮਾਂ ਨੂੰ ਬਖਸ਼ਾਉਣ ਲਈ ਪ੍ਰਾਸ਼ਚਿਤ ਵਜੋਂ, ਪਛਤਾਵੇ ਵਜੋਂ ਕੋਈ ਐਸਾ ਕਰਮ ਕੀਤਾ ਹੈ ਜਿਨ੍ਹਾਂ ਕਰਕੇ ਉਹ ਪਾਪ ਕਰਮ ਬਖਸ਼ਿਆ ਜਾਏ, ਉਹਨਾਂ ਨੂੰ ਕਹਿੰਦੇ ਪੁਨਹ ਚਰਨ। ਹਜ਼ੂਰ ਕਹਿੰਦੇ ਨੇ ਕਿ ਕਲਯੁਗ ਦੇ ਸਮੇਂ ਅੰਦਰ ਪੁਨਹ ਚਰਨ, ਜੋ ਪਾਪਾਂ ਨੂੰ ਬਖਸ਼ਾਉਣ ਵਾਲਾ ਕਰਮ ਹੈ, ਉਹ ਨਾਮ ਹੀ ਤਤ ਹੈ। ਤਤ ਨਿਚੋੜ ਸਿਧਾਂਤ ਵਾਹਿਗੁਰੂ ਦਾ ਨਾਮ ਹੀ ਹੈ, ਜੋ ਕਲਯੁਗ ਵਿੱਚ ਸਾਨੂੰ ਪ੍ਰਾਸ਼ਚਿਤ ਕਰਮ ਪ੍ਰਾਪਤ ਹੈ, ਜੋ ਪਾਪਾਂ ਤੋਂ ਸਾਨੂੰ ਛੁਟਕਾਰਾ ਦਿਵਾਉਣ ਵਾਲਾ। ਘਾਲ ਘਾਲ ਅਨਕ ਪਛਤਾਵ, ਰੱਬ ਦੇ ਨਾਮ ਨੂੰ ਛੱਡ ਕੇ ਹੋਰ ਘਾਲਣਾ, ਤਪੱਸਿਆ ਯੋਗਾ ਅਭਿਆਸ ਆਦਿਕ ਘਾਲਣਾ ਘਾਲ ਘਾਲ ਕੇ ਅਨੇਕਾਂ ਲੋਕ ਪਛਤਾਉਂਦੇ ਹੀ ਨੇ। ਬਿਨ ਹਰ ਭਗਤ ਕਹਾ ਥਿਤ ਪਾਵੈ, ਵਾਹਿਗੁਰੂ ਜੀ ਦੀ ਭਗਤੀ ਸਿਮਰਨ ਤੋਂ ਬਗੈਰ ਕਿੱਥੇ ਉਹ ਸਥਿਤੀ ਟਿਕਾ ਪ੍ਰਾਪਤ ਕਰਦੇ ਨੇ, ਭਾਵ ਨਹੀਂ ਪ੍ਰਾਪਤ ਕਰਦੇ, ਉਹਨਾਂ ਨੂੰ ਟਿਕਾ ਨਹੀਂ ਪ੍ਰਾਪਤ ਹੁੰਦਾ। ਘੋਲ ਮਹਾਰਸ ਅੰਮ੍ਰਿਤ ਤੇ ਪੀਆ, ਉਸ ਵਿਅਕਤੀ ਨੇ ਘੋਲ ਕੇ ਚੰਗੀ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਪੀ ਲਿਆ, ਮਹਾਨ ਰਸ। ਜਿਵੇਂ ਕੋਈ ਮਿੱਠਾ ਆਦਿਕ ਪਦਾਰਥ ਪਾਣੀ ਆਦਿ ਦੁੱਧ 'ਚ ਘੋਲ ਕੇ ਪੀਤਾ ਜਾਂਦਾ, ਬੜਾ ਸਵਾਦ ਹੀ ਹੁੰਦਾ। ਕਹਿੰਦੇ ਉਹਨਾਂ ਨੇ ਨਾਮ ਰੂਪ ਦੀ ਕਮਾਈ ਜਿਹੜੀ ਕਰਨੀ ਹੈ, ਸਿਮਰਨ ਕਰਨਾ, ਰਸਨਾ ਨਾਲ ਜਪਣਾ, ਇਉਂ ਜਪ ਜਪ ਕੇ ਘੋਲ ਘੋਲ ਕੇ ਮਹਾਨ ਅੰਮ੍ਰਿਤ ਰਸ ਨੂੰ ਉਸਨੇ ਪੀ ਲਿਆ ਹੈ। ਨਾਨਕ ਹਰ ਗੁਰ ਜਾ ਕੋ ਦੀਆ, ਸਤਿਗੁਰੂ ਫਰਮਾਉਂਦੇ ਨੇ ਹਰੀ ਸਰੂਪ ਸਤਿਗੁਰਾਂ ਨੇ ਜਿਸ ਦੇ ਤਾਈਂ ਇਹ ਦਿੱਤਾ ਹੈ, ਬਖਸ਼ਿਆ ਹੈ, ਉਸਨੇ ਘੋਲ ਕੇ ਮਹਾਨ ਅੰਮ੍ਰਿਤ ਰਸ ਨੂੰ ਪੀਤਾ ਹੈ। ਉਹ ਫਿਰ ਐਸੇ ਮਹਾਨ ਉੱਚੇ ਮਿੱਠੇ ਰਸ ਨੂੰ, ਅੰਮ੍ਰਿਤ ਰਸ ਨੂੰ, ਆਤਮਿਕ ਜ਼ਿੰਦਗੀ ਦੇਣ ਵਾਲੇ ਰਸ ਨੂੰ ਛੱਡ ਕੇ ਹੋਰਨਾਂ ਰਸਾਂ ਵਿੱਚ ਕਿਵੇਂ ਗਲਤਾਨ ਹੋ ਸਕਦਾ, ਜਿਸ ਦੇ ਤਾਈਂ ਹਰੀ ਸਰੂਪ ਰੱਬ ਦਾ ਰੂਪ ਸਤਿਗੁਰੂ ਜੀ ਨੇ ਆਪ ਬਖਸ਼ਿਸ਼ ਕਰਕੇ ਦਿੱਤਾ ਹੈ। ਇੱਥੋਂ ਤੱਕ 52 ਅੱਖਰੀ ਬਾਣੀ ਦੀਆਂ 20 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਹੋਰ ਦਾਤ ਬਖਸ਼ਣਗੇ, ਆਪਾਂ ਗੁਰੂ ਕਿਰਪਾ ਸਦਕਾ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ। ਅੱਜ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।